चबर छतर तख्त के मालिक, वादिये दोए जहान सरवरे का नायक। गुरु गरीब नवाज सतगुरु जी धन धन श्री गुरु ग्रंथ साहिब जी महाराज। गुरदेव जी दे पावन पवित्र चरना कमलों पास हाजरियां भर रही गुरु स्वरूप गुरु खालसा साध संगत जी। आप जी सरबत गुरसिख संगतां बड़भागी हो। संध्या दे सजे हुए दीवाना अंदर गुरु खालसे पंथ का इतिहास सरवण करन वास्ते इकत्र होए हो। सब ते उत्तम हर की कथा, नाम सुनत दर्द दुख लथा। सुन हर कथा उतारी मैल, जी जंत भय सुख सैल। बाबाणियां कहानियां पुत सुपुत करेन। बाबाणियां दा भाव है ਜਿਹੜੇ ਬਜ਼ੁਰਗ ਵੱਡੇ ਨੇ ਉਹਨਾਂ ਦੀਆਂ ਕਥਾ ਕਹਾਣੀਆਂ ਪਹਿਲਾਂ ਤਾਂ ਉਹੀ ਕਰਦੇ ਨੇ ਜਿਹੜੇ ਪੁੱਤਰ ਸਪੁੱਤਰ ਨੇ, ਪਰ ਬਜ਼ੁਰਗਾਂ ਦੀਆਂ ਕਥਾ ਕਹਾਣੀਆਂ ਪੁੱਤਰਾਂ ਤੋਂ ਸਪੁੱਤਰ ਬਣਾ ਦਿੰਦੀਆਂ ਨੇ। ਭਾਵ ਇੱਕ ਹੈ ਪੁੱਤਰ, ਦੂਜਾ ਹੈ ਸਪੁੱਤਰ। ਸਪੁੱਤਰ ਉਹਨੂੰ ਕਹਿੰਦੇ ਜਿਹੜਾ ਸ੍ਰੇਸ਼ਟ ਪੁੱਤਰ ਹੋਵੇ, ਜਿਹੜਾ ਗੁਰੂ ਕੀ ਉਸਤਤ ਕਰਦਾ ਹੈ, ਗੁਰੂ ਕੀ ਵਡਿਆਈ ਕਰਦਾ ਹੈ। ਸਤਿਗੁਰਾਂ ਦੀ ਮਹਿਮਾ ਉਹਨਾਂ ਨੂੰ ਪੁੱਤਰ ਤੋਂ ਸ੍ਰੇਸ਼ਟ ਪੁੱਤਰ ਬਣਾ ਦਿੰਦੀ ਹੈ। ਉਹ ਗੁਰੂ ਦਾ ਆਜੇਜ ਪਿਆਰਾ ਬਣ ਜਾਂਦਾ ਹੈ। ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਜਿਹਨੂੰ ਸਤਿਗੁਰੂ ਆਪਣੀ ਸਿਫਤ ਸਲਾਹ ਬਖਸ਼ ਦਿੰਦੇ ਨੇ, ਉਹਨੂੰ ਪਾਤਸ਼ਾਹਾਂ ਦਾ ਵੀ ਪਾਤਸ਼ਾਹ ਬਣਾ ਦਿੰਦੇ ਨੇ, ਵੱਡੇ ਤੋਂ ਵੀ ਵੱਡਾ ਕਰ ਦਿੰਦੇ। ਸਤਿਗੁਰਾਂ ਨੇ ਸਾਡੇ ਸਾਰਿਆਂ ਤੇ ਤਰਸ ਕੀਤਾ, ਇਹ ਸਮਾਂ ਬਖਸ਼ਿਆ। ਜੋ ਲੜੀਵਾਰ ਵਿਚਾਰ ਆਪਾਂ ਸਰਵਣ ਕਰ ਰਹੇ ਹਾਂ, ਕੱਲ੍ਹ ਦੇ ਪ੍ਰਕਰਨ ਵਿੱਚ ਇਹ ਸਰਵਣ ਕੀਤਾ ਸੀ ਕਿ ਜਿਹੜਾ ਅਖਤਰ ਲੋਨੀ ਹੈ, ਉਹਨੇ ਕੈਪਟਨ ਮਰੀ ਨੂੰ ਆਪਣੇ ਕੋਲ ਬੁਲਾਇਆ। ਆਖਿਆ ਵੀ ਸਿੰਘਾਂ ਦੇ ਇਤਿਹਾਸ ਬਾਰੇ ਪਤਾ ਕਰ। ਮਰੀ ਕਹਿਣ ਲੱਗਾ ਵੀ ਆਪਾਂ ਨੂੰ ਬਹਾਦਰ ਸ਼ਾਹ ਜ਼ਫਰ ਨੇ ਇੱਕ ਵਾਰੀ ਤਾਂ ਦੱਸ ਹੀ ਦਿੱਤਾ ਹੈ, ਉਹੀ ਤੁਸੀਂ ਲੰਡਨ ਭੇਜ ਦਿਓ। ਕਹਿੰਦਾ ਨਹੀਂ, ਕਿਤੇ ਨਾ ਹੋਵੇ ਕਿ ਬਹਾਦਰ ਸ਼ਾਹ ਜ਼ਫਰ ਝੂਠ ਬੋਲਦਾ ਹੋਵੇ। ਇੱਕ ਵਾਰੀ ਪਤਾ ਕਰ ਲੈ, ਸੱਚ ਤੇ ਝੂਠ ਦਾ ਨਿਤਾਰਾ ਕਰ ਲੈ। ਇੱਥੇ ਲੋਕਾਂ ਨੂੰ ਪਤਾ ਹੀ ਹੋਣਾ ਵੀ ਸੱਚ ਕੀ ਹੈ। ਇਹ ਗੱਲ ਸੁਣ ਕੇ ਉਹ ਲੁਧਿਆਣੇ ਦੇ ਵਿੱਚ ਬੂਟੇ ਮੌਲਵੀ ਨੂੰ ਕੋਲ ਬੁਲਾਉਂਦਾ ਹੈ, ਸਿੰਘਾਂ ਦਾ ਇਤਿਹਾਸ ਲਿਖਣ ਨੂੰ ਕਹਿੰਦਾ ਹੈ। ਭਾਈ ਰਤਨ ਸਿੰਘ ਭੰਗੂ ਦਾ ਉੱਥੇ ਮਿਲਾਪ ਹੁੰਦਾ ਹੈ ਤੇ ਕੈਪਟਨ ਮਰੀ ਉਹਨੂੰ ਭਾਈ ਸਾਹਿਬ ਕਹਿੰਦੇ ਨੇ ਵੀ ਜਦੋਂ ਵੀ ਬੂਟਾ ਮੌਲਵੀ ਤੈਨੂੰ ਇਤਿਹਾਸ ਲਿਖ ਕੇ ਦੇਵੇ ਤੇ ਮੈਨੂੰ ਵਿਖਾ ਜ਼ਰੂਰ ਦੇਈ। ਜਦੋਂ ਉਹ ਪੋਥੀ ਵਿਖਾਈ ਗਈ ਜਿਹਦੇ ਵਿੱਚ ਬੂਟੇ ਮੌਲਵੀ ਨੇ ਸਿੰਘਾਂ ਦਾ ਇਤਿਹਾਸ ਲਿਖਿਆ ਸੀ, ਉਹਨੇ ਝੂਠ ਲਿਖਿਆ ਹੋਇਆ ਸੀ, ਸਿੰਘਾਂ ਬਾਰੇ ਘਟੀਆ ਸ਼ਬਦ ਵਰਤੇ। ਭਾਈ ਸਾਹਿਬ ਕਹਿੰਦੇ ਵੀ ਇਨ ਗੱਲ ਖਾਲਸੇ ਕਹੀ ਨਾ ਸਾਰੀ। ਇਹ ਬੂਟੇ ਮੌਲਵੀ ਨੇ ਖਾਲਸੇ ਦੀ ਪੂਰੀ ਗੱਲ ਨਹੀਂ ਦੱਸੀ ਵੀ ਸਿੰਘ ਕੌਣ ਨੇ, ਇਹਨੇ ਤਾਂ ਸੱਚ ਦੱਸਿਆ ਹੀ ਨਹੀਂ। ਸੋ ਇਸ ਕਰਕੇ ਉਹਨੇ ਆਖਿਆ ਵੀ ਤੁਸੀਂ ਇੱਦਾਂ ਕਰੋ ਵੀ ਤੁਸੀਂ ਸਿੰਘਾਂ ਦਾ ਇਤਿਹਾਸ ਸਾਨੂੰ ਸੁਣਾ ਦਿਓ। ਉੱਥੇ ਫਿਰ ਖਾਲਸੇ ਪੰਥ ਦਾ ਜਿਹੜਾ ਇਤਿਹਾਸ ਭਾਈ ਰਤਨ ਸਿੰਘ ਭੰਗੂ ਨੇ ਲਿਖਿਆ ਤੇ ਕੈਪਟਨ ਜਿਹੜਾ ਮਰੀ ਸੀ ਉਹ ਕਹਿਣ ਲੱਗਾ, ਸਿੰਘਨ ਪਾਇਓ ਰਾਜ ਕਿਮ ਔ ਦੀਨੋ ਕਿਨ ਪਤਸ਼ਾਹੋ। ਸਿੰਘਾਂ ਨੇ ਰਾਜ ਕਿੱਥੋਂ ਪ੍ਰਾਪਤ ਕੀਤਾ, ਕਿਹਨੇ ਰਾਜ ਦਿੱਤਾ। ਫਿਰ ਉੱਥੇ ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਕਹਿਣ ਲੱਗੇ ਨੇ ਕਿ ਸਿੰਘਾਂ ਨੂੰ ਜਿਹੜੀ ਪਾਤਸ਼ਾਹੀ ਹੈ, ਸਿੰਘਨ ਪਾਤਸ਼ਾਹੀ ਸਾਹੀ ਸੱਚੈ ਦਈ। ਸੱਚੇ ਪਾਤਸ਼ਾਹ ਨੇ ਸਿੰਘਾਂ ਨੂੰ ਰਾਜ ਭਾਗ ਦਿੱਤਾ ਹੈ। ਆਓ ਅਗਲਾ ਪ੍ਰਕਰਨ ਪਿਆਰ ਨਾਲ ਸਰਵਣ ਕਰੀਏ। ਮਨੋਬਿਰਤੀਆਂ ਇਕਾਗਰ ਕਰਨ ਵਾਸਤੇ ਸਰਬੱਤ ਸੰਗਤਾਂ ਜਪੋ ਜੀ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਭਾਈ ਰਤਨ ਸਿੰਘ ਜੀ ਭੰਗੂ ਕੈਪਟਨ ਮਰੀ ਨੂੰ ਕਹਿੰਦੇ ਨੇ,
ਸਿੰਘਾਂ ਨੂੰ ਪਾਤਸ਼ਾਹੀ ਸੱਚੇ ਪਾਤਸ਼ਾਹ ਨੇ ਦਿੱਤੀ ਹੈ। ਮਰੀ ਕਹਿੰਦਾ ਵੀ ਸੱਚੇ ਪਾਤਸ਼ਾਹ ਕੌਣ ਨੇ? ਭਾਈ ਰਤਨ ਸਿੰਘ ਜੀ ਕਹਿੰਦੇ ਨੇ ਵੀ ਗੁਰੂ ਨਾਨਕ ਸਾਹਿਬ ਜੀ ਨੇ। ਕਹਿੰਦਾ ਮਰੀ ਕਹਿਓ ਭਇਓ ਨਾਨਕ ਫਕੀਰ। ਮੈਂ ਤਾਂ ਸੁਣਿਆ ਵੀ ਉਹ ਫਕੀਰ ਸੀ ਤੇ ਉਹਨਾਂ ਨੂੰ ਰਾਜ ਭਾਗ ਬਾਰੇ ਕੀ ਪਤਾ ਸੀ, ਉਹ ਸਿੰਘਾਂ ਨੂੰ ਰਾਜ ਕਿਵੇਂ ਦੇ ਸਕਦੇ ਸਨ। ਤੇ ਭਾਈ ਸਾਹਿਬ ਜੀ ਕਹਿਣ ਲੱਗੇ ਨਹੀਂ ਕੈਪਟਨ ਮਰੀ, ਉਹ ਸ਼ਹਿਨਸ਼ਾਹ ਦੇ ਸ਼ਹਿਨਸ਼ਾਹ ਸਨ ਤੇ ਦੀਨ ਦੁਨੀਆ ਦੇ ਸੱਚੇ ਪਾਤਸ਼ਾਹ ਸਨ, ਜਿਨ੍ਹਾਂ ਨੇ ਖਾਲਸੇ ਪੰਥ ਨੂੰ ਰਾਜ ਬਖਸ਼ਿਸ਼ ਕੀਤਾ ਹੈ। ਤੂੰ ਇਹ ਕਹਿਣਾ ਹੈ ਕਿ ਗੁਰੂ ਨਾਨਕ ਸਾਹਿਬ ਫਕੀਰ ਸਨ? ਨਹੀਂ, ਗੁਰੂ ਨਾਨਕ ਸਾਹਿਬ ਜੀ ਨੇ ਤੇ ਕਈ ਕਹਿੰਦੇ ਦੁਨੀਆ ਦੇ ਜਿਹੜੇ ਫਕੀਰ ਸਨ ਉਹਨਾਂ ਫਕੀਰਾਂ ਨੂੰ ਬਾਦਸ਼ਾਹ ਬਣਾ ਦਿੱਤਾ ਹੈ, ਤੇ ਜਿਹੜੇ ਪੀਰ ਸਨ ਉਹਨਾਂ ਨੂੰ ਗੁਰੂ ਸਾਹਿਬ ਨੇ ਬਾਦਸ਼ਾਹੀਆਂ ਦਿੱਤੀਆਂ ਤੇ ਬਾਦਸ਼ਾਹ ਜਿਹੜੇ ਸਨ ਉਹ ਪੀਰ ਬਣਾ ਦਿੱਤੇ। ਐਡੀ ਸਮਰੱਥਾ ਹੈ ਗੁਰੂ ਸਾਹਿਬ ਦੀ। ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਰ ਕਰਾਵੈ, ਧਰਤੀ ਤੇ ਆਕਾਸ਼ ਚੜਾਵੈ ਚੜੇ ਆਕਾਸ਼ ਗਰਾਵੈ। ਐਡਾ ਸਮਰੱਥ ਸਤਿਗੁਰੂ ਜੀ ਜਿਹਦੇ ਉੱਪਰ ਸਤਿਗੁਰੂ ਮਿਹਰ ਭਰਿਆ ਹੱਥ ਰੱਖ ਦੇਣ, ਉਹਨੂੰ ਰਾਜੇ ਭਿਖਾਰੀ ਤੋਂ ਰਾਜਾ ਬਣਾ ਦਿੰਦੇ ਨੇ। ਰਾਜੇ ਨੂੰ ਭਿਖਾਰੀ, ਔਰੰਗਜ਼ੇਬ ਭਿਖਾਰੀ ਬਣ ਹੀ ਗਿਆ ਨਾ, ਨਗਾਰਾ ਵਜਾਉਣ ਵਾਲਾ ਵੀ ਕੋਈ ਨਹੀਂ ਰਿਹਾ। ਮਸ਼ਕੀਨ ਜੀ ਇੱਕ ਵਾਰ ਦੱਸਦੇ ਸਨ, ਕਹਿੰਦੇ ਮੈਂ ਕਬਰ ਤੇ ਚਲਾ ਗਿਆ ਔਰੰਗਜ਼ੇਬ ਦੀ, ਤੇ ਉੱਥੇ ਇੱਕ ਦੀਵੇ ਬਾਲਣ ਵਾਸਤੇ ਨਾ 5-5 ਰੁਪਈਏ ਲੋਕਾਂ ਕੋਲੋਂ ਮੰਗਦਾ ਸੀ ਵੀ ਦੀਵਾ ਬਾਲਣਾ ਇਹਦੀ ਕਬਰ ਤੇ। ਕਹਿੰਦੇ ਮੈਂ 10 ਰੁਪਈਏ ਦਿੱਤੇ ਵੀ ਲੈ ਬਾਲਦੀ ਦੀਵਾ ਉਹਦੀ ਕਬਰ ਤੇ ਜਾ ਕੇ। ਤੇ ਇੱਕ ਪਾਸੇ ਵੇਖੋ ਜਿੱਥੇ ਸ਼ਹੀਦ ਸਿੰਘਾਂ ਦੀ ਗੱਲ ਹੈ, ਸਤਿਗੁਰਾਂ ਦੀ ਗੱਲ ਹੈ, ਸਾਹਿਬਜ਼ਾਦਿਆਂ ਦੇ ਅਸਥਾਨਾਂ ਦੀ ਗੱਲ ਹੈ, ਉੱਥੇ ਜੋੜ ਮੇਲੇ ਲੱਗਦੇ ਨੇ, ਸੰਗਤਾਂ ਆਉਂਦੀਆਂ ਨੇ, ਸੰਗਤਾਂ ਦਰਸ਼ਨ ਕਰਦੀਆਂ ਨੇ। ਇਸ ਕਰਕੇ ਉਹ ਜਿਹੜੇ ਹੰਕਾਰੀ ਵੱਡੇ ਵੱਡੇ ਰਾਜੇ ਉਹਨਾਂ ਨੂੰ ਫਕੀਰ ਕੰਗਾਲ ਬਣਾ ਦਿੰਦਾ ਹੈ ਤੇ ਕੰਗਾਲਾਂ ਨੂੰ ਰਾਜ ਭਾਗ ਬਖਸ਼ ਕੇ ਉਹਨਾਂ ਨੂੰ ਤਖਤਾਂ ਤੇ ਬਿਠਾ ਦਿੰਦਾ ਹੈ। ਪਰ ਸਭ ਤੋਂ ਵੱਡੀ ਗੱਲ ਹੈ ਵੀ ਆਪ ਉਹ ਬੇਪਰਵਾਹ ਹੋ ਕੇ ਹੀ ਰਿਹਾ ਹੈ। ਬੇਪਰਵਾਹੀ ਕਿਸੇ ਕਿਸੇ ਵਿੱਚ ਹੁੰਦੀ ਹੈ। ਬੇਪਰਵਾਹ ਇੱਕ ਤਾਂ ਪਰਮੇਸ਼ਰ ਹੁੰਦਾ, ਇੱਕ ਪਰਮੇਸ਼ਰ ਦੇ ਪਿਆਰੇ ਹੁੰਦੇ ਨੇ। ਸੰਤਨ ਅਵਰ ਨਾ ਕਾਹੂ ਜਾਨੀ, ਬੇਪਰਵਾਹ ਸਦਾ ਰੰਗ ਹਰ ਕੈ ਜਾ ਕੋ ਪਾਖ ਸੁਆਮੀ। ਸੰਤ ਨੂੰ ਵੀ ਕਿਸੇ ਦੀ ਪਰਵਾਹ ਨਹੀਂ, ਉਹ ਬੇਪਰਵਾਹ ਕਿਉਂ? ਉਹ ਬੇਪਰਵਾਹ ਵਾਹਿਗੁਰੂ ਦੇ ਨਾਲ ਜੁੜਿਆ ਹੋਇਆ। ਸ਼ਰਮਦ ਵਰਗੇ ਫਕੀਰ ਔਰੰਗਜ਼ੇਬ ਦੀ ਪਰਵਾਹ ਨਹੀਂ ਸਨ ਕਰਦੇ। ਦਿੱਲੀ ਦੇ ਵਿੱਚ ਬੈਠਾ ਨਗਨ, ਕੱਪੜੇ ਨਹੀਂ ਸਨ ਪਹਿਨੇ, ਤੇ ਉਹਨੇ ਔਰੰਗਜ਼ੇਬ ਨੇ ਦਿਸ਼ਾਲਾ ਦੇ ਦਿੱਤਾ ਵੀ ਤਨ ਢੱਕ ਲੈ, ਮੇਰਾ ਰਾਜ ਭਾਗ ਹੈ, ਨੰਗਾ ਨਹੀਂ ਬਹਿਣਾ ਇੱਥੇ। ਉਹਨੇ ਚੁੱਕ ਕੇ ਅੱਗ ਦੇ ਵਿੱਚ ਪਾ ਦਿੱਤਾ ਵੀ ਮੈਨੂੰ ਨਹੀਂ ਚਾਹੀਦਾ, ਚੁੱਕ ਆਪਣਾ ਦੁਸ਼ਾਲਾ। ਤੇ ਉਹਨੇ ਕੁੱਤਾ ਰੱਖਿਆ ਹੋਇਆ ਸੀ ਸ਼ਰਮਦ ਨੇ, ਤੇ ਅੱਲਾਹੂ ਅਕਬਰ ਦੇ ਨਾਅਰੇ ਲਾਉਂਦਾ ਸੀ, ਤੇ ਔਰੰਗਜ਼ੇਬ ਘੁੰਮਦਾ ਘੁੰਮਦਾ ਉੱਥੇ ਆ ਗਿਆ। ਕਹਿੰਦਾ ਵੀ ਇਹ ਪਤਾ ਕਰੋ ਵੀ ਕੁਟੀਆ ਚੋਂ ਆਵਾਜ਼ ਆਉਂਦੀ ਹੈ, ਕੌਣ ਹੈ? ਜਦੋਂ ਕੋਲ ਗਏ ਤੇ ਕੁੱਤਾ ਪੈ ਗਿਆ। ਤੇ ਸ਼ਰਮਦ ਨੇ ਵੇਖਿਆ ਵੀ ਰੌਲਾ ਪਿਆ, ਬਾਹਰ ਨਿਕਲਿਆ ਕੁਟੀਆ ਤੋਂ, ਔਰੰਗਜ਼ੇਬ ਖੜਿਆ ਸੀ। ਔਰੰਗਜ਼ੇਬ ਵੇਖ ਕੇ ਕਹਿਣ ਲੱਗਾ ਸ਼ਰਮਦ, ਕੁੱਤੇ ਦਾ ਤੇ ਫਕੀਰ ਦਾ ਪੀਰ ਦਾ ਕੀ ਸੰਬੰਧ ਹੁੰਦਾ ਹੈ? ਕਹਿੰਦਾ ਤੇਰੇ ਵਰਗੇ ਕੁੱਤੇ ਇੱਥੇ ਨਾ ਆਉਣ ਤਾਂ ਰੱਖਿਆ ਆ। ਇਹ ਹੁੰਦੀ ਹੈ ਬੇਪਰਵਾਹੀ। ਸਾਧੂ ਇਹੋ ਜਿਹਾ ਬੇਪਰਵਾਹ ਹੁੰਦਾ, ਕਿਉਂ? ਉਹ ਬੇਪਰਵਾਹ ਵਾਹਿਗੁਰੂ ਨਾਲ ਜੁੜਿਆ। ਗੁਰੂ ਨਾਨਕ ਸਾਹਿਬ ਜੀ ਐਸੇ ਬੇਪਰਵਾਹ ਸਨ, ਜਿਹੜਾ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਭਾਵਨਾ ਸ਼ਰਧਾ ਲੈ ਕੇ ਆ ਗਿਆ, ਕਿਸੇ ਨੂੰ ਰਾਜ ਦੇ ਦਿੱਤਾ, ਕਿਸੇ ਨੂੰ ਮੁਕਤੀ ਦੇ ਦਿੱਤੀ। ਇਹ ਨਹੀਂ ਵੇਖਿਆ ਵੀ ਉਹਦੇ ਕਰਮ ਕਿੱਦਾਂ ਦੇ ਨੇ। ਇੱਕ ਛੋਟੀ ਜਿਹੀ ਉਦਾਹਰਣ ਹੈ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਹ ਖੇਤ ਵਿੱਚ ਗਏ ਤੇ ਭਾਈ ਮਰਦਾਨਾ ਜੀ ਕਹਿੰਦੇ ਭੁੱਖ ਲੱਗੀ ਹੈ, ਤੇ ਛੋਲੀਆ ਜਿਹੜਾ ਹੁੰਦਾ ਨਾ ਉਹਦਾ ਖੇਤ ਸੀ ਵੀ ਮੈਂ ਖਾ ਲਵਾਂ। ਗੁਰੂ ਸਾਹਿਬ ਕਹਿੰਦੇ ਨਹੀਂ, ਇੱਥੇ ਬਹਿ ਜਾ, ਆਪਾਂ ਕਿਸੇ ਦੇ ਖੇਤ ਵਿੱਚੋਂ ਕੁਝ ਤੋੜ ਕੇ ਨਹੀਂ ਖਾਣਾ, ਤੇਰੇ ਭਾਗਾਂ ਦਾ ਆਪੇ ਹੀ ਮਿਲ ਜਾਣਾ। ਤੇ ਇੱਕ ਛੋਟਾ ਜਿਹਾ ਬੱਚਾ ਰਖਵਾਲੀ ਕਰਦਾ ਸੀ, ਆ ਗਿਆ, ਉਹਨੇ ਛੋਲੇ ਤੋੜੇ, ਭੁੰਨ ਕੇ ਛਕਾਏ ਮਹਾਰਾਜ ਨੂੰ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗਾ ਵੀ ਤੁਸੀਂ ਇੱਥੇ ਬੈਠੋ ਤੇ ਮੈਂ ਪ੍ਰਸ਼ਾਦਾ ਲੈ ਕੇ ਆਉਣਾ। ਗੁਰੂ ਸਾਹਿਬ ਕਹਿੰਦੇ ਨਾਨਕ ਸਿਫਤੀ ਰਜਿਆ ਆਓ ਬਹੁ ਸੁਲਤਾਨ। ਪਾਤਸ਼ਾਹ ਕਹਿੰਦੇ ਨੇ ਵੀ ਮੈਂ ਤਾਂ ਉਸ ਕਰਤੇ ਦੀ ਸਿਫਤ ਨਾਲ ਹੀ ਰੱਜ ਗਿਆ, ਐ ਸੁਲਤਾਨ ਜੀ ਆਓ ਇੱਥੇ ਬੈਠੋ। ਉਹ ਗੁਰੂ ਸਾਹਿਬ ਦੇ ਕੋਲ ਸਾਰੀ ਰਾਤ ਉੱਥੇ ਬੈਠਾ ਰਿਹਾ, ਘਰ ਨਹੀਂ ਗਿਆ। ਤੇ ਇੱਧਰ ਇਤਿਹਾਸਕਾਰ ਲਿਖਦੇ ਵੀ ਨਗਰ ਦਾ ਰਾਜਾ ਚੜ੍ਹਾਈ ਕਰ ਗਿਆ ਤੇ ਉਹਦੀ ਸੰਤਾਨ ਕੋਈ ਨਹੀਂ ਸੀ। ਉਹਨਾਂ ਨੇ ਆਖਿਆ ਵੀ ਆਪਾਂ ਇਸ ਤਰ੍ਹਾਂ ਕਰਦੇ ਹਾਂ,
ਦਰਵਾਜ਼ੇ ਬੰਦ ਕਰ ਦਿੰਦੇ ਆ ਨਗਰ ਦੇ। ਸਵੇਰ ਹੁੰਦਿਆਂ ਜਿਹੜਾ ਸਭ ਤੋਂ ਮੂਹਰੇ ਖਲੋਤਾ ਹੋਏਗਾ ਨਾ, ਆਪਾਂ ਉਹਨੂੰ ਤਖਤ ਤੇ ਬਿਠਾ ਦਿਆਂਗੇ। ਹੁਣ ਉਹ ਬੱਚਾ ਸਾਰੀ ਰਾਤ ਗੁਰੂ ਸਾਹਿਬ ਕੋਲ ਬੈਠਾ ਰਿਹਾ। ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਅੱਗੇ ਨੂੰ ਕੂਚ ਕਰ ਦਿੱਤਾ। ਉਹ ਜਦੋਂ ਘਰ ਆਇਆ ਉਹਨੇ ਵੇਖਿਆ ਵੀ ਦਰਵਾਜ਼ਾ ਬੰਦ ਹੈ ਨਗਰ ਦਾ। ਤੇ ਸਵੇਰ ਦੀ ਜਦੋਂ ਸੂਰਜ ਦੀ ਪਹਿਲੀ ਕਿਰਨ ਪਈ, ਉਹਨਾਂ ਨੇ ਜਦੋਂ ਦਰਵਾਜ਼ਾ ਖੋਲ੍ਹਿਆ ਤੇ ਜਿਹੜਾ ਬਚਨ ਸੀ ਫਿਰ ਸੱਚਾ ਵੀ ਹੋਣਾ ਸੀ, ਆਓ ਬਹੋ ਸੁਲਤਾਨ, ਉਹ ਬੱਚਾ ਮੂਹਰੇ ਖਲੋਤਾ ਹੋਇਆ ਸੀ। ਤੇ ਉਹਨਾਂ ਨੇ ਆਖਿਆ ਵੀ ਵਾਅਦੇ ਮੁਤਾਬਕ ਇਹ ਸਾਡੇ ਨਗਰ ਦਾ ਰਾਜਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਏਡੇ ਕੁ ਕਿਰਪਾਲੂ ਨੇ ਕਿ ਜਿਹੜਾ ਭਾਵਨਾ ਰੱਖ ਕੇ ਆ ਜਾਂਦਾ ਹੈ ਉਹਦੀ ਝੋਲੀ ਭਰ ਦਿੰਦੇ ਨੇ, ਪਰ ਆਪ ਸਦਾ ਬੇਪਰਵਾਹ ਰਹਿੰਦੇ ਹਨ। ਭਾਈ ਰਤਨ ਸਿੰਘ ਜੀ ਕਹਿੰਦੇ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਹੋਏ ਹਨ। ਜਿਨ ਸ਼ਾਹ ਨਾਨਕ ਚਰਨ ਪਰਸਾਏ, ਕਹਿੰਦੇ ਵੱਡੇ ਵੱਡੇ ਜਿਹੜੇ ਬਾਦਸ਼ਾਹ ਸਨ, ਅਕਬਰ ਮਾਫ ਕਰਨਾ ਬਾਬਰ ਵਰਗੇ, ਜਿਨ੍ਹਾਂ ਨੇ ਆ ਕੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਨੂੰ ਪਰਸਿਆ ਹੈ। ਤੇ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਨੂੰ ਪਰਸਿਆ ਤੇ ਉਹਨਾਂ ਦੇ ਕੋਲ ਵੀ ਕਹਿੰਦੇ ਸ਼ਕਤੀਆਂ ਆ ਗਈਆਂ, ਉਹ ਵੀ ਤਾਕਤਵਰ ਬਣ ਗਏ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਨੂੰ ਪਰਸਿਆ, ਨਮਸਕਾਰਾਂ ਕੀਤੀਆਂ ਹਨ। ਐਸੇ ਗੁਰੂ ਨਾਨਕ ਸਾਹਿਬ ਜੀ ਨੇ ਚਿੜੀਆਂ ਦੇ ਕੋਲੋਂ ਬਾਜਾਂ ਨੂੰ ਮਰਵਾ ਦਿੱਤਾ ਹੈ। ਜਿਵੇਂ ਉਹਨੇ ਸਵਾਲ ਕੀਤਾ ਸੀ ਨਾ ਵੀ ਜਿਹੜੀ ਰਈਅਤ ਹੁੰਦੀ ਆ ਉਹ ਤਾਂ ਛੇਲੇ ਹੁੰਦੇ ਨੇ, ਭਾਵ ਬੱਕਰੀਆਂ ਹੁੰਦੀਆਂ ਨੇ, ਬੱਕਰੀਆਂ ਕਿਵੇਂ ਸ਼ੇਰ ਨੂੰ ਮਾਰ ਦੇਣ। ਇੱਥੇ ਫਿਰ ਜਵਾਬ ਦਿੱਤਾ ਭਾਈ ਸਾਹਿਬ ਨੇ ਕਿ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਪਰਸੇ, ਉਹਨਾਂ ਕੋਲ ਇੰਨੀ ਤਾਕਤ ਆ ਗਈ, ਜਿਨ੍ਹਾਂ ਨੂੰ ਇਹ ਛੇਲੇ ਕਹਿੰਦੇ ਸਨ, ਉਹਨਾਂ ਨੇ ਵੱਡੇ ਵੱਡੇ ਹਾਕਮਾਂ ਨੂੰ, ਸ਼ੇਰਾਂ ਨੂੰ ਮਾਰ ਦਿੱਤਾ ਹੈ। ਜਿਨ੍ਹਾਂ ਦੇ ਕੋਲ ਘੋੜੇ ਸਨ, 4 ਪ੍ਰਕਾਰ ਦੀ ਫੌਜ ਸੀ ਤੇ ਕਈ ਹਜ਼ਾਰਾਂ ਦਾ, ਲੱਖਾਂ ਦਾ ਤੋਪਖਾਨਾ ਹੈ। ਤਖਤਾਂ ਦੇ ਉੱਪਰ ਬਹਿ ਕੇ ਉਹ ਪਾਤਸ਼ਾਹੀ ਕਰਦੇ ਸਨ। ਔਰੰਗਜ਼ੇਬ ਵਰਗੇ ਆਏ, ਬਹਾਦਰ ਸ਼ਾਹ ਵਰਗੇ ਆਏ, ਪਰ ਕਹਿੰਦੇ ਨੇ 3 ਦਾਸਨ ਦੀਨੇਗਾਰ ਜਿਹੜੇ ਤਖਤਾਂ ਤੇ ਬੈਠੇ ਸਨ ਨਾ, ਉਹਨਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਸੇਵਕਾਂ ਨੇ ਗਾਲ ਕੇ ਰੱਖ ਦਿੱਤਾ। ਗੁਰੂ ਦੀ ਗੱਲ ਤਾਂ ਦੂਰ ਦੀ ਹੈ, ਉਹਨਾਂ ਦੇ ਸੇਵਕਾਂ ਨੇ ਉਹਨਾਂ ਨੂੰ ਗਾਲ ਦਿੱਤਾ, ਖਤਮ ਕਰ ਦਿੱਤਾ ਹੈ। ਫਿਰ ਕਹਿੰਦੇ ਜਦੋਂ ਆ ਦੇਗ ਤਿਆਰ ਕਰਦੇ ਨਾ ਸ਼ਹੀਦੀ ਦੇਗ ਨਿਹੰਗ ਸਿੰਘ, ਤੇ ਜਿਹੜਾ ਫਿਰ ਉਹ ਨੁਗਦਾ ਹੁੰਦਾ ਆ, ਜਿਹੜੀ ਛਾਣ ਬਾਅਦ ਵਿੱਚ ਬਚਦੀ ਹੈ, ਤੇ ਉਹ ਗੋਲਾ ਬਣਾ ਕੇ ਨਾ ਜਿਹਦੇ ਸਿਰ ਤੇ ਮਾਰ ਦਿੰਦੇ ਹਨ। ਕਹਿੰਦੇ ਹਨ ਕਿ ਉਹ ਭੰਗ ਦਾ ਨੁਗਦਾ ਜਿਹਦੇ ਸਿਰ ਤੇ ਮਾਰ ਦੇਣ, ਸ਼ਰਦਾਈ ਦਾ ਨੁਗਦਾ ਜਿਹਦੇ ਸਿਰ ਤੇ ਮਾਰ ਦੇਣ, ਉਹ ਅੜਨ ਜੋਗਾ ਨਹੀਂ ਰਹਿੰਦਾ, ਉਹਦਾ ਸਾਰਾ ਕੁਝ ਹੀ ਖਤਮ ਕਰ ਦਿੰਦੇ ਨੇ। ਅੱਜ ਵੀ ਨਿਹੰਗ ਸਿੰਘ, ਪੁਰਾਤਨ ਨਿਹੰਗ ਸਿੰਘ ਤਾਂ ਕਰਦੇ ਸਨ, ਅੱਜ ਵੀ ਨਿਹੰਗ ਸਿੰਘ ਜਦੋਂ ਸ਼ਹੀਦੀ ਦੇਗ ਰਗੜਦੇ ਨੇ ਤੇ ਉਹ ਜਿਹੜਾ ਨੁਗਦਾ ਹੁੰਦਾ ਨਾ, ਗੋਲਾ ਹੁੰਦਾ, ਤੇ ਉਹ ਫਿਰ ਜਿਹਦਾ ਸਫਾਇਆ ਕਰਨਾ ਹੁੰਦਾ ਉੱਧਰ ਨੂੰ ਕਰਕੇ ਮੁੱਖ ਤੇ ਬਚਨ ਪੜ੍ਹ ਕੇ ਤੇ ਜਦੋਂ ਮਾਰਦੇ ਨੇ ਤੇ ਸਫਾਇਆ ਹੀ ਕਰ ਦਿੰਦੇ ਨੇ। ਇੰਨੀ ਤਾਕਤ ਹੈ। ਕਹਿੰਦੇ ਤੋਪ ਦਾ ਗੋਲਾ ਤਾਂ ਦੂਰ ਦੀ ਗੱਲ ਹੈ, ਉਹਨਾਂ ਦਾ ਸ਼ਹੀਦੀ ਜਿਹੜਾ ਰਗੜਾ ਹੁੰਦਾ ਹੈ ਨਾ, ਸ਼ਹੀਦੀ ਰਗੜੇ ਦਾ ਜਿਹੜਾ ਗੋਲਾ, ਇਹ ਤੋਪ ਨਾਲੋਂ ਵੀ ਜ਼ਿਆਦਾ ਕੰਮ ਕਰ ਜਾਂਦਾ ਹੈ। ਸੋ ਇਸ ਕਰਕੇ ਕਹਿੰਦੇ ਹਨ ਜਿਹਦੇ ਸਿਰ ਤੇ ਉਹਨਾਂ ਨੇ ਉਹ ਤੋਪ ਦਾ ਮਾਫ ਕਰਨਾ, ਉਹ ਜਿਹੜਾ ਸ਼ਹੀਦੀ ਰਗੜੇ ਦਾ ਗੋਲਾ ਮਾਰ ਦਿੱਤਾ, ਤੇ ਉਹਦੇ ਸਾਹਮਣੇ ਫਿਰ ਕੋਈ ਅੜ ਨਹੀਂ ਸਕਦਾ, ਉਹਨੂੰ ਖਤਮ ਕਰ ਦਿੰਦੇ ਹਨ। ਭਾਈ ਰਤਨ ਸਿੰਘ ਜੀ ਕਹਿੰਦੇ ਨੇ ਕਿ ਉਹ ਜਿਹੜਾ ਪ੍ਰੇਮ ਵਾਲਾ ਕੈਪਟਨ ਮਰੀ ਸੀ, ਜਿਹਦੇ ਨਾਲ ਸਾਡਾ ਪ੍ਰੇਮ ਪੈ ਗਿਆ, ਉਹ ਮਿੱਤਰ ਬਣ ਗਿਆ, ਉਹਨੇ ਸਾਨੂੰ ਇਹ ਬਚਨ ਆਖੇ ਹਨ। ਕਹਿੰਦਾ ਵੀ ਮੈਂ ਇਹ ਤਾਂ ਮੰਨ ਲਿਆ ਵੀ ਗੁਰੂ ਨਾਨਕ ਸਾਹਿਬ ਜੀ ਨੂੰ, ਜਿਹੜੀ ਗੁਰੂ ਨਾਨਕ ਸਾਹਿਬ ਜੀ ਨੇ ਪਾਤਸ਼ਾਹੀ ਸਿੱਖਾਂ ਨੂੰ ਦਿੱਤੀ ਹੈ, ਵੀ ਸਿੱਖਾਂ ਨੇ ਰਾਜ ਗੁਰੂ ਨਾਨਕ ਸਾਹਿਬ ਤੋਂ ਲਿਆ, ਪਰ ਗੁਰੂ ਨਾਨਕ ਸਾਹਿਬ ਨੇ ਰਾਜ ਕਿਹਦੇ ਕੋਲੋਂ ਲਿਆ? ਜੇ ਉਹਨਾਂ ਕੋਲ ਰਾਜ ਸੀ ਉਹਨਾਂ ਨੇ ਸਿੱਖਾਂ ਨੂੰ ਦੇ ਦਿੱਤਾ, ਪਰ ਉਹਨਾਂ ਨੂੰ ਵੀ ਤਾਂ ਕਿਸੇ ਜਗ੍ਹਾ ਤੋਂ ਰਾਜ ਪ੍ਰਾਪਤ ਹੋਇਆ ਹੋਵੇਗਾ। ਭਾਈ ਰਤਨ ਸਿੰਘ ਜੀ ਕਹਿੰਦੇ ਅਸੀਂ ਫਿਰ ਉਹਨੂੰ ਇਸ ਤਰ੍ਹਾਂ ਦੇ ਬਚਨ ਆਖੇ, ਹੇ ਸੰਤ ਮਿੱਤਰੋ, ਗੁਰੂ ਕੀ ਸੰਗਤੋ, ਪਿਆਰ ਦੇ ਨਾਲ ਸੁਣੋ। ਭਾਈ ਸਾਹਿਬ ਜੀ ਕਹਿੰਦੇ ਕੈਪਟਨ ਮਰੀ
ਗੁਰੂ ਨਾਨਕ ਸਾਹਿਬ ਜੀ ਨੂੰ ਰੱਬ ਨੇ ਆਪਣੇ ਕੋਲ ਬੁਲਾਇਆ। ਜਦੋਂ ਵੇਈ ਨਦੀ ਦੇ ਰਾਹੀਂ ਗਏ ਗੁਰੂ ਸਾਹਿਬ ਜੀ, ਉਦੋਂ ਮੂਲ ਮੰਤਰ ਦਾ ਜਿਹੜਾ ਜਾਪ ਸੀ ਉਹ ਸਾਰੇ ਸਮਾਜ ਸੰਸਾਰ ਦੇ ਲਈ ਗੁਰੂ ਸਾਹਿਬ ਜੀ ਲੈ ਕੇ ਆਏ। ਤੇ ਜਦੋਂ ਸਤਿਗੁਰਾਂ ਨੂੰ ਗੁਰੂ ਨਾਨਕ ਸਾਹਿਬ ਜੀ ਨੂੰ ਮਾਤਲੋਕ ਦੀ ਧਰਤੀ ਤੇ ਭੇਜਿਆ ਅਕਾਲ ਪੁਰਖ ਨੇ, ਤੇ ਉਹਨਾਂ ਨੂੰ ਆਪਣੇ ਕੋਲ ਬੁਲਾਇਆ ਹੈ। ਰਾਜਾ ਕਰ ਗਿਆ ਮੋਰ ਮੋਹਿ ਕਿਮ ਪੂਜੈ ਜੋਰ। ਉਹਨਾਂ ਨੂੰ ਰਾਜਾ ਬਣਾ ਦਿੱਤਾ। ਜੈਸੇ ਦਸਵੇਂ ਪਾਤਸ਼ਾਹ ਵੀ ਬਾਣੀ ਵਿੱਚ ਲਿਖਦੇ ਨੇ ਨਾ, ਜਦੋਂ ਅਕਾਲ ਪੁਰਖ ਦੇ ਪਾਸ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਗਏ ਤੇ ਉੱਥੇ ਬਚਨ ਆਉਂਦਾ ਆ, ਅਕਾਲ ਪੁਰਖ ਬਾਚ ਮੈਂ ਆਪਣਾ ਸੁਤ ਤੋਹੇ ਨਿਵਾਜਾ, ਪੰਥ ਪਰਚਰ ਕਰਬੇ ਕੋ ਸਾਜਾ। ਆਖਿਆ ਵੀ ਮੈਂ ਤੁਹਾਨੂੰ ਆਪਣਾ ਪੁੱਤਰ ਨਿਵਾਜਿਆ, ਤੁਹਾਨੂੰ ਪੰਥ ਦਾ ਪ੍ਰਚਾਰ ਕਰਨ ਲਈ ਸਾਜਿਆ। ਜਾਓ ਸੰਸਾਰ ਤੇ ਮਾਤਲੁਕ ਦੀ ਧਰਤੀ ਤੇ ਪੰਥ ਦਾ ਪ੍ਰਚਾਰ ਕਰੋ, ਤੁਹਾਡੇ ਸਾਹਮਣੇ ਕੋਈ ਨਹੀਂ ਖੜ ਸਕਦਾ। ਉਹਨਾਂ ਨੂੰ ਆਪਣਾ ਪੁੱਤਰ ਬਣਾਇਆ, ਗਲ ਦੇ ਨਾਲ ਲਾਇਆ। ਅਕਾਲ ਪੁਰਖ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਰਾਜਾ ਬਣਾ ਕੇ, ਪਾਤਸ਼ਾਹ ਬਣਾ ਕੇ ਇਹ ਬਚਨ ਆਖਿਆ ਕਿ ਜਾਓ ਸੰਸਾਰ ਵਿੱਚ ਧਰਮ ਦਾ ਪ੍ਰਚਾਰ ਕਰੋ, ਤੁਹਾਡੇ ਸਾਹਮਣੇ ਕਿਸੇ ਦਾ ਜ਼ੋਰ ਨਹੀਂ ਚੱਲੇਗਾ। ਅੰਗ ਸੋ ਲਗਾਏ ਕਹੇ ਜਾਈਏ ਜ਼ਰੂਰ ਅਬ। ਆਪਣੇ ਅੰਗਾਂ ਨਾਲ ਲਾ ਕੇ, ਭਾਵ ਗਲਵਕੜੀ ਵਿੱਚ ਲੈ ਕੇ ਆਪਣਾ ਸਰੂਪ ਬਣਾ ਕੇ ਆਖਿਆ ਕਿ ਹੁਣ ਜ਼ਰੂਰ ਸੰਸਾਰ ਤੇ ਜਾਵੋ। ਨਾਨਕ ਕਹਾਵੋ ਨਾਮ ਬੇਦੀ ਕੁਲ ਪਾਵੋ ਜਾਏ। ਬੇਦੀ ਕੁਲ ਦੇ ਵਿੱਚ ਜਾ ਕੇ ਤੁਸੀਂ ਪ੍ਰਕਾਸ਼ ਧਾਰਨ ਕਰੋ ਤੇ ਆਪਣਾ ਨਾਮ ਨਾਨਕ ਕਹਾਵੋ। ਰਾਖੋ ਜੋ ਆਵੇ ਸਰਨ ਦੁਸ਼ਟਨ ਕੋ ਕਾਰੋ ਦਬ। ਜਿਹੜਾ ਤੁਹਾਡੀ ਸ਼ਰਨ ਵਿੱਚ ਆਵੇ ਉਹਨੂੰ ਰੱਖ ਲਿਓ, ਭਾਵੇਂ ਉਹ ਕਿਸੇ ਤਰ੍ਹਾਂ ਦਾ ਵੀ ਹੋਵੇ। ਬਾਣੀ ਦਾ ਸਿਧਾਂਤ ਹੈ, ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹੋ ਬਿਰਧ ਸੁਆਮੀ ਸੰਦਾ। ਇਹ ਵਾਹਿਗੁਰੂ ਦਾ ਬਿਰਧ ਹੀ ਹੈ ਕਿ ਜਿਹੜਾ ਉਹਦੀ ਸ਼ਰਨ ਆ ਜਾਏ, ਭਾਵੇਂ ਕੌਡੇ ਰਾਖਸ਼ ਵਰਗੇ ਸਨ, ਦੇਵਲੂਤ ਵਰਗੇ ਸਨ, ਭੂਮੀਆਂ ਸੀਗਾ, ਜਿਹੜਾ ਸ਼ਰਨ ਆ ਗਿਆ ਉਹਨੂੰ ਤਾਰ ਦਿੱਤਾ। ਤੇ ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਸ਼ਰਨ ਤੋਂ ਮੁਨਕਰ ਹੋ ਗਏ, ਉਹਨਾਂ ਦਾ ਆਪੇ ਹੀ ਖਾਤਮਾ ਹੋ ਗਿਆ। ਕਿਉਂਕਿ ਵੈਸੇ ਤਾਂ ਇਹ ਸੱਚ ਹੈ ਕਿ ਜਿਹੜੇ ਭਗਤ ਸੰਤ ਜਨ ਹੁੰਦੇ ਨਾ, ਉਹਨਾਂ ਅੰਦਰ ਬੈਰ ਵਿਰੋਧ ਨਹੀਂ ਹੁੰਦਾ ਕਿਸੇ ਪ੍ਰਤੀ। ਉਹਨਾਂ ਦਾ ਸੁਭਾਅ ਇੱਕੋ ਜਿਹਾ ਹੁੰਦਾ। ਆ ਜਿਵੇਂ ਠੰਡੀ ਹਵਾ ਚੱਲਦੀ ਹੋਵੇ ਤੇ ਕਿਸੇ ਨੂੰ ਕੰਬਣੀ ਛਿੜੀ ਜਾਂਦੀ ਆ ਤੇ ਕਿਸੇ ਨੂੰ ਸਕੂਨ ਮਿਲਦਾ ਆ, ਉਹਦਾ ਸੁਭਾਅ ਤਾਂ ਇੱਕੋ ਜਿਹਾ ਹੈ ਨਾ, ਉਹ ਤਾਂ ਨਹੀਂ ਕਿਸੇ ਨੂੰ ਕੁਛ ਕਹਿੰਦਾ। ਆ ਜਿਵੇਂ ਇੱਕ ਦਰਖਤ ਦੇ ਹੇਠਾਂ ਇੱਕ ਸਾਧੂ ਬਹਿ ਗਿਆ, ਇੱਕ ਵਿਚਾਰਾ ਘੜੋਂ ਲੜ ਕੇ ਆਇਆ ਸੀਗਾ, ਇੱਕ ਉਹ ਬੈਠਾ ਸੀ ਥੱਲੇ ਜਾ ਕੇ ਉਹਦੇ। ਇੱਕ ਸੰਗੀਤਕਾਰ, ਉਹ ਦਰਖਤ ਦੇ ਪੱਤੇ ਹਿੱਲਣ ਸੰਗੀਤਕਾਰ ਨੂੰ ਇਉਂ ਲੱਗੇ ਵੀ ਜੈਸੇ ਉਹ ਗਾ ਰਹੇ ਨੇ, ਤੇ ਜਿਹੜਾ ਲੜਕੇ ਆਇਆ ਸੀ ਉਹਨੂੰ ਇਉਂ ਲੱਗਿਆ ਵੀ ਕਿਤੇ ਲੜਾਈ ਹੋਈ ਜਾਂਦੀ ਹੈ, ਵੀ ਆਪਸ ਵਿੱਚ ਪੱਤੇ ਹੀ ਲੜੀ ਜਾਂਦੇ ਨੇ। ਤੇ ਇੱਕ ਹੋਰ ਥੱਲੇ ਜਿਹੜਾ ਸਾਧੂ ਸੀ, ਉਹਨੂੰ ਇਉਂ ਲੱਗਦਾ ਸੀ ਵੀ ਪੱਤਾ ਪੱਤਾ ਰੱਬ ਦਾ ਨਾਮ ਜਪਦਾ ਪਿਆ। ਆਪਣੀ ਆਪਣੀ ਬਿਰਤੀ ਹੈ ਨਾ, ਦਰਖਤ ਤਾਂ ਉਹੀ ਹੈ ਪਰ ਬਿਰਤੀ ਅਲੱਗ-ਅਲੱਗ ਬਣੀ ਹੋਈ ਹੈ। ਤੇ ਜਿਹੜਾ ਹੇਠਾਂ ਬੈਠਾ ਹੋਇਆ ਉਹਨੂੰ ਇਉਂ ਜਾਪਦਾ ਜੇ ਉਹ ਸਾਧੂ ਹੈ ਵੀ ਇਹ ਰੱਬ ਦਾ ਨਾਮ ਜਪ ਰਹੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦਾ ਜਿਹੜਾ ਸੁਭਾਅ ਹੈ ਉਹ ਐਸਾ ਹੈ, ਜਿਹੋ ਜੀ ਭਾਵਨਾ ਰੱਖ ਕੇ ਉੱਥੇ ਆ ਜਾਂਦਾ ਹੈ, ਉਹੋ ਜਿਹਾ ਫਲ ਉਹਨਾਂ ਨੂੰ ਮਿਲ ਜਾਂਦਾ। ਜਿਹਾ ਭਾਓ ਤੇਹਾ ਫਲ ਪਾਈਐ। ਜਿਹੋ ਜੀ ਤੁਹਾਡੀ ਭਾਵਨਾ ਹੈ, ਉੱਦਾਂ ਦਾ ਤੁਹਾਨੂੰ ਫਲ ਜਿਹੜਾ ਗੁਰੂ ਸਾਹਿਬ ਦੇ ਚਰਨਾਂ ਵਿੱਚੋਂ ਪ੍ਰਾਪਤ ਹੋ ਜਾਣਾ ਹੈ। ਜਦੋਂ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਸਤਿਗੁਰੂ ਬਿਰਾਜੇ ਨਾ, ਤੇ ਜਿਹਦੀ ਉਹ ਧਰਤੀ ਸੀ, ਜ਼ਮੀਨ ਸੀ, ਉਹ ਆ ਗਿਆ ਗੁਰੂ ਸਾਹਿਬ ਕੋਲ ਵੀ ਮੈਂ ਹੁਣੇ ਉਠਾ ਦੇਣਾ, ਵੀ ਮੇਰੀ ਜ਼ਮੀਨ ਤੇ ਕਿਵੇਂ ਬਹਿ ਗਿਆ ਆ ਕੇ, ਮੈਂ ਮਾਲਕ ਹਾਂ, ਮੇਰੇ ਤੋਂ ਪੁੱਛਿਆ ਕੋਈ ਨਹੀਂ। ਕਹਿੰਦੇ ਜਦੋਂ ਨਜ਼ਦੀਕ ਆ ਗਿਆ ਤੇ ਅੰਨਾ ਹੋ ਗਿਆ, ਦਿਸਿਆ ਹੀ ਕੁਝ ਨਹੀਂ, ਨਜ਼ਰ ਨਹੀਂ ਆਇਆ। ਤੇ ਵਾਪਸ ਮੁੜਿਆ, ਫਿਰ ਦਿਸਣਾ ਸ਼ੁਰੂ ਹੋ ਗਿਆ। ਸੋਚਿਆ ਵੀ ਚੱਲ ਹੁਣ ਚੱਲ ਪੈਣਾ, ਫਿਰ ਤੁਰ ਪਿਆ, ਫਿਰ ਦਿਸਣੋਂ ਬੰਦ। ਤੇ ਕਹਿੰਦਾ ਕਿ ਲੱਗਦਾ ਵੀ ਇੱਥੇ ਕੋਈ ਕਰਾਮਾਤੀ ਪੀਰ ਬੈਠਾ। ਫਿਰ ਅਰਦਾਸ ਕੀਤੀ, ਮਹਾਰਾਜ ਮੈਨੂੰ ਬਖਸ਼ ਦਿਓ। ਸਿੱਖਾਂ ਨੂੰ ਆਖਿਆ ਵੀ ਲੈ ਚੱਲੋ। ਸਿੱਖ ਲੈ ਕੇ ਗਏ, ਸਤਿਗੁਰਾਂ ਦੇ ਚਰਨੀ ਪਿਆ ਤੇ ਦੁਬਾਰਾ ਨੇਤਰ ਸਲਾਮਤ ਹੋ ਗਏ। ਜਦੋਂ ਬੈਰ ਦੀ ਭਾਵਨਾ ਲੈ ਕੇ ਆਇਆ ਤੇ ਮਿਲਿਆ ਕੁਝ ਨਹੀਂ, ਪਰ ਜਦੋਂ ਸ਼ਰਧਾਲੂ ਬਣ ਗਿਆ ਤੇ ਸਾਰਾ ਕੁਝ ਝੋਲੀ 'ਚ ਮਹਾਰਾਜ ਨੇ ਪਾ ਦਿੱਤਾ। ਇਸ ਕਰਕੇ ਬਚਨ ਆਇਆ ਜੀ, ਰਾਖੋ ਜੋ ਆਵੈ ਸਰਨ ਦੁਸ਼ਟਨ ਕੋ ਗਾਰੋ ਦਬ। ਜਿਹੜਾ ਤੁਹਾਡੀ ਸ਼ਰਨ 'ਚ ਆ ਜਾਏ ਉਹਨੂੰ ਰੱਖ ਲਓ, ਤੇ ਜਿਹੜੇ ਦੁਸ਼ਟ ਨੇ ਉਹਨਾਂ ਨੂੰ ਗਾਲ ਦਿਓ, ਨਾਸ਼ ਕਰ ਦਿਓ। ਕੈਪਟਨ ਮਰੀ ਕਹਿੰਦਾ, ਭਾਈ ਰਤਨ ਸਿੰਘ ਜੀ ਸਾਨੂੰ ਉਹ ਸਾਰਾ ਬਿਰਤਾਂਤ ਖੋਲ ਕੇ ਸਮਝਾਵੋ। ਨਾਨਕ ਰਾਜ ਕਿਮ ਭਇਓ ਤੋ ਰੱਬਾ। ਗੁਰੂ ਨਾਨਕ ਸਾਹਿਬ ਜੀ ਨੇ ਰੱਬ ਦੇ ਕੋਲੋਂ ਰਾਜ ਕਿਵੇਂ ਪ੍ਰਾਪਤ ਕੀਤਾ ਹੈ। ਜਿਮ ਉਸ ਕੋ ਹਮ ਉਤਰ
ਉਤਰ ਦੀਨੋ। ਭਾਈ ਸਾਹਿਬ ਜੀ ਕਹਿੰਦੇ ਜਿਸ ਤਰ੍ਹਾਂ ਮੈਂ ਕੈਪਟਨ ਮਰੀ ਨੂੰ ਅੱਗੋਂ ਜਵਾਬ ਦਿੱਤਾ ਹੈ, ਤੇ ਮੈਂ ਸੁਨੋ ਤੁਮ ਸੰਤ ਪਰਵੀਨੋ। ਹੇ ਸੰਤ ਜਨੋ, ਹੇ ਪ੍ਰਵੀਨੋ, ਤੁਸੀਂ ਉਹ ਸਾਰਾ ਵਿਚਾਰ ਸਰਵਣ ਕਰੋ, ਗੁਰੂ ਕੀ ਕਥਾ ਸੁਣੋ। ਕਾਲਯੁਗ ਮੈਂ ਬੜ ਪਰ ਗਇਓ ਧੁੰਦ। ਕਹਿੰਦੇ ਕਲਯੁਗ ਦਾ ਸਮਾਂ ਆ ਗਿਆ ਤੇ ਚਾਰ ਚਫੇਰੇ ਉਪਦਰਵ ਮਚ ਗਿਆ, ਪਾਪ ਹੀ ਪਾਪ ਫੈਲ ਗਿਆ ਹੈ। ਬੰਦਿਓ ਕੁਧਰਮ ਧਰਮ ਪਇਓ ਮੰਦ। ਚਾਰ ਚਫੇਰੇ ਕੁਕਰਮ ਵੱਧ ਗਏ ਤੇ ਧਰਮ ਜਿਹੜਾ ਮੰਦ ਪੈ ਗਿਆ। ਹੌਲੀ ਹੌਲੀ ਧਰਮ ਜਿਹੜਾ ਸੀ ਅਲੋਪ ਹੋਣਾ ਸ਼ੁਰੂ ਹੋ ਗਿਆ। ਧਰਮ ਦੇ ਕਰਮ ਜਿਹੜੇ ਸਨ ਉਹ ਪਖੰਡ ਦੇ ਰੂਪ ਦੇ ਵਿੱਚ ਬਦਲ ਗਏ ਹਨ। ਲਾਲਚ ਲਾਗੇ ਮਾਇਆ ਭੂਪ। ਤੇ ਜਿਹੜੇ ਰਾਜੇ ਸਨ ਜਿਨ੍ਹਾਂ ਦਾ ਕੰਮ ਸੀ ਨਿਆਂ ਕਰਨਾ, ਲੋਕਾਂ ਦੀ ਰੱਖਿਆ ਕਰਨੀ, ਉਹ ਮਾਇਆ ਦੇ ਲਾਲਚ ਵਿੱਚ ਪੈ ਗਏ ਹਨ। ਰਾਜਨ ਪਾਏ ਨਿਜ ਧਰਮ ਕੂਪ। ਰਾਜਿਆਂ ਨੇ ਆਪਣਾ ਜਿਹੜਾ ਧਰਮ ਸੀ ਖੂਹ ਦੇ ਵਿੱਚ ਪਾ ਦਿੱਤਾ। ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕੋ ਖਾਈ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਰਾਜਿਆਂ ਨੇ ਪਾਪ ਕਮਾਉਣਾ ਸ਼ੁਰੂ ਕਰ ਦਿੱਤਾ। ਉਲਟੀ ਵਾੜ ਖੇਤ ਕੋ ਖਾਈ। ਵਾੜ ਕਿਉਂ ਲਾਉਂਦੇ ਨੇ? ਵੀ ਖੇਤ ਦੇ ਵਿੱਚ ਡੰਗਰ ਨਾ ਵੜਨ, ਪਸ਼ੂ ਨਾ ਵੜਨ, ਉਜਾੜਨ ਨਾ। ਤੇ ਜੇ ਵਾੜ ਹੀ ਖੇਤ ਨੂੰ ਖਾ ਜਾਏ ਤੇ ਫਿਰ ਵਾੜ ਲਾਉਣ ਦਾ ਫਾਇਦਾ ਕੀ ਹੈ? ਰਾਜੇ ਜਿਹੜੇ ਹੁੰਦੇ ਨੇ ਸਮਾਜ ਦੀ ਵਾੜ ਹੁੰਦੇ ਨੇ, ਲੋਕਾਂ ਦੀ ਰੱਖਿਆ ਕਰਨ ਵਾਸਤੇ ਹੁੰਦੇ, ਪਰ ਉਹ ਆਪ ਹੀ ਲੋਕਾਂ ਨੂੰ ਮਾਰਨ ਲੱਗ ਪਏ ਹਨ। ਇਸ ਤੋਂ ਇਲਾਵਾ ਜਿਹੜੇ ਪੰਥ ਧਾਰੀ ਸੰਸਾਰ ਵਿੱਚ ਆਏ, ਦਸਵੇਂ ਪਾਤਸ਼ਾਹ ਜੀ ਨੇ ਸ੍ਰੀ ਦਸਮ ਦੀ ਬਾਣੀ ਅੰਦਰ ਬੜੇ ਵਿਸਥਾਰ ਨਾਲ ਲਿਖਿਆ ਹੋਇਆ ਹੈ। ਜੋਗੀਆਂ ਨੂੰ ਭੇਜਿਆ ਪਰਮਾਤਮਾ ਨੇ ਸੰਸਾਰ ਦੇ ਉੱਤੇ। ਬੜੇ ਅਵਤਾਰੀ ਪੁਰਸ਼ ਔਲੀਏ ਅੰਬੀਏ ਸੰਸਾਰ ਦੇ ਵਿੱਚ ਆਏ, ਪਰ ਉਹਨਾਂ ਨੇ ਸੰਸਾਰ ਵਿੱਚ ਆ ਕੇ ਕੇਵਲ ਆਪਣਾ ਹੀ ਨਾਮ ਲੋਕਾਂ ਕੋਲੋਂ ਜਪਾਇਆ ਤੇ ਆਪਣੇ ਹੰਕਾਰ ਦੇ ਵਿੱਚ ਉਲਝ ਕੇ ਰਹਿ ਗਏ ਹਨ। ਉਹਨਾਂ ਦੇ ਵੀ ਪੰਥ ਜਿਹੜੇ ਨੇ ਬਹੁਤੀ ਦੇਰ ਸੰਸਾਰ ਵਿੱਚ ਰਹੇ ਕੋਈ ਨਹੀਂ, ਹਿੱਲ ਗਏ। ਜਿਹੜੇ ਵੀ ਆਏ ਸੰਸਾਰ ਦੇ ਅੰਦਰ ਬਹੁਤੀ ਦੇਰ ਉਹਨਾਂ ਦਾ ਧਰਮ ਪੰਥ ਸੰਸਾਰ ਵਿੱਚ ਚੱਲਿਆ ਨਹੀਂ ਹੈ। ਮਾਇਆ ਮੋਹ ਸਭਨ ਕੋ ਛਰੋ। ਕਾਰਨ ਇਹ ਸੀ ਕਿ ਮਾਇਆ ਦਾ ਜਿਹੜਾ ਮੋਹ ਸੀ ਨਾ ਉਹ ਸਾਰਿਆਂ ਨੂੰ ਛਲ ਗਿਆ। ਪਰਮਾਤਮਾ ਨੇ ਭੇਜਿਆ ਤਾਂ ਅਸੀਂ ਵੀ ਜਾਓ ਭਾਈ ਨਾਮ ਜਪਾਓ ਸੰਸਾਰ ਤੇ, ਪਰ ਉਹ ਆ ਕੇ ਮਾਇਆ ਦੇ ਚੱਕਰ ਵਿੱਚ ਪੈ ਗਏ ਤੇ ਮਾਇਆ ਨੇ ਉਹਨਾਂ ਨੂੰ ਲੁੱਟ ਲਿਆ। ਤੇ ਜਿਹੜੇ ਆਪ ਲੁੱਟੇ ਗਏ ਤੇ ਉਹ ਦੂਜਿਆਂ ਨੂੰ ਕਿਵੇਂ ਬਚਾਉਣਗੇ? ਧਰਮ ਹਾਰ ਨਿਤ ਕੁਲ ਜਹ ਭਰਿਓ। ਆਪਣਾ ਧਰਮ ਹਾਰ ਗਏ ਤੇ ਕੁੱਲਾਂ ਭਰਨੀਆਂ ਸ਼ੁਰੂ ਕਰ ਦਿੱਤੀਆਂ ਵੀ ਇੰਨਾ ਕੁ ਪੈਸਾ ਜੋੜ ਲਓ ਕਿ ਮੇਰੀਆਂ ਕੁੱਲਾਂ ਬਹਿ ਕੇ ਵੀ ਸੰਸਾਰ ਦੇ ਵਿੱਚ ਖਾਂਦੀਆਂ ਰਹਿਣ। ਸ੍ਰੀ ਮੁਖ ਵਾਕ ਸ਼ਲੋਕ ਕਲ ਕਾਤੀ ਰਾਜੇ ਕਸਾਈ ਧਰਮ ਪੰਕ ਕਰ ਉਡਰਿਆ। ਇਹ ਪਾਵਨ ਪਵਿੱਤਰ ਸ਼ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅੰਦਰ ਸੁਸ਼ੋਭਿਤ ਹੈ ਤੇ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਹੈ। ਇਹ ਕਹਿੰਦੇ ਨੇ ਕਲ ਕਾਤੀ ਰਾਜੇ ਕਸਾਈ। ਕਾਤੀ ਨਾਮ ਹੁੰਦਾ ਕੈਂਚੀ ਦਾ। ਇਹ ਜਿਹੜਾ ਕਲਯੁਗ ਦਾ ਸਮਾਂ ਜੇ ਪਾਪ ਦਾ ਸਮਾਂ ਹੈ, ਕਲਯੁਗ ਹੈ, ਇਹ ਕੈਂਚੀ ਵੱਤ ਹੈ ਰਾਜੇ ਕਸਾਈ। ਤੇ ਉਹ ਕੈਂਚੀ ਕਿਹਦੇ ਹੱਥ ਦੇ ਵਿੱਚ ਹੈ? ਰਾਜਿਆਂ ਦੇ, ਕਿਉਂਕਿ ਉਹ ਰਾਜੇ ਕਸਾਈ ਬਣ ਗਏ। ਧਰਮ ਪੰਖ ਕਰ ਉੱਡਰਿਆ। ਤੇ ਜਿਹੜਾ ਧਰਮ ਹੈ ਉਹ ਖੰਭ ਲਾ ਕੇ ਉੱਡ ਗਿਆ। ਕਿਉਂ? ਜਦੋਂ ਧਰਮੀ ਲੋਕ ਹੀ ਨਹੀਂ ਰਹੇ, ਧਰਮ ਦੀ ਗੱਲ ਹੀ ਸੰਸਾਰ ਵਿੱਚ ਨਹੀਂ ਰਹੀ, ਤੇ ਧਰਮ ਜਿਹੜਾ ਹੈ ਉਹ ਖੰਭ ਲਾ ਕੇ ਸੰਸਾਰ ਤੋਂ ਉੱਡ ਗਿਆ ਹੈ। ਓੜ ਅਮਾਵਸ ਸੱਚ ਚੰਦਰਮਾ ਦੇਸੈ ਨਾਹੀ ਕਹਿ ਚੜਿਆ। ਕੂੜ ਅਮਾਵਸ, ਝੂਠ ਦੀ ਅਮਾਵਸ, ਕਾਲੀ ਬੋਲੀ ਰਾਤ ਛਾ ਗਈ ਚਾਰ ਚਫੇਰੇ। ਜਿਵੇਂ ਮੱਸਿਆ ਆਉਂਦੀ ਹੈ, ਹਨੇਰਾ ਹੁੰਦਾ ਨਾ, ਇੱਦਾਂ ਝੂਠ ਦੀ ਮੱਸਿਆ ਛਾ ਗਈ। ਸੱਚ ਚੰਦਰਮਾ, ਤੇ ਸੱਚ ਰੂਪੀ ਜਿਹੜਾ ਚੰਦਰਮਾ ਸੀ ਦੀਸੈ ਨਾਹੀ ਕਹਿ ਚੜਿਆ। ਸਤਿਗੁਰੂ ਕਹਿੰਦੇ ਮੈਨੂੰ ਨਜ਼ਰ ਹੀ ਨਹੀਂ ਆਉਂਦਾ ਵੀ ਸੱਚ ਦਾ ਚੰਦਰਮਾ ਕਿੱਥੇ ਗਿਆ। ਭਾਵ ਜੇ ਸੱਚ ਹੋਵੇਗਾ ਤੇ ਸੱਚ ਦਾ ਪ੍ਰਕਾਸ਼, ਧਰਮ ਦਾ ਪ੍ਰਕਾਸ਼ ਹੋਵੇਗਾ, ਸੱਚ ਦਾ ਚੰਦਰਮਾ ਰਹਿ ਹੀ ਨਹੀਂ ਗਿਆ। ਇਹਦਾ ਭਾਵ ਇਹ ਹੈ ਕਿ ਲੋਕਾਂ ਦੇ ਅੰਦਰ ਝੂਠ ਇੰਨਾ ਕੁ ਵਰਤ ਗਿਆ। ਜੈਸੇ ਭਾਈ ਗੁਰਦਾਸ ਜੀ ਕਹਿੰਦੇ ਨਾ, ਵਰਤਿਆ ਪਾਪ ਸਭਸ ਜਗ ਮਾਹੀ। ਸਾਰੇ ਜੱਗ ਵਿੱਚ ਪਾਪ ਵਰਤ ਗਿਆ, ਤੇ ਜਿੱਥੇ ਪਾਪ ਹੋਵੇ ਉਥੇ ਸੱਚ ਨਹੀਂ ਹੁੰਦਾ। ਕਬੀਰ ਸਾਹਿਬ ਜੀ ਵੀ ਇਸੇ ਕਰਕੇ ਕਹਿੰਦੇ ਨੇ, ਕਹਿੰਦੇ ਜਿੱਥੇ ਝੂਠ ਉਥੇ ਪਾਪ ਹੈ, ਜਿੱਥੇ ਝੂਠ ਉਥੇ ਪਾਪ, ਜਿੱਥੇ ਲੋਭ ਉਥੇ ਕਾਲ ਹੁੰਦਾ ਹੈ। ਤੇ ਇਸ ਕਰਕੇ ਜਿੱਥੇ ਪਾਪ ਹੀ ਪਾਪ ਹੋਵੇ ਤੇ ਉੱਥੇ ਸੱਚ ਦਾ ਨਾਂ ਕਿੱਥੇ ਰਹਿ ਜਾਂਦਾ ਹੈ। ਇਸ ਕਰਕੇ ਸਾਰਾ ਸੰਸਾਰ ਜਿਹੜਾ ਝੂਠ ਦੇ ਵਿੱਚ ਲਪੇਟਿਆ ਗਿਆ ਤੇ ਕਿਸੇ ਦੇ ਅੰਦਰ ਸੱਚ ਨਹੀਂ ਰਹਿ ਗਿਆ। ਦੋਹਰਾ ਤੋ ਮਰੀ ਨੇ ਫਿਰ ਕਹਿਓ
सब हम देव बताए। ਫਿਰ ਕੈਪਟਨ ਮਰੀ ਕਹਿਣ ਲੱਗਾ ਕਿ ਭਾਈ ਰਤਨ ਸਿੰਘ ਜੀ ਮੈਨੂੰ ਸਾਰੀ ਗੱਲ ਸਮਝਾ ਦਿਓ, ਸਾਰੀ ਕਥਾ ਸੁਣਾਓ। कौन साल ओ काल कौन देश कौन को थाए। ਕਿਹੜਾ ਸਾਲ ਸੀ ਤੇ ਕਿਹੜਾ ਸਮਾਂ ਸੀ, ਕਿਹੜਾ ਦੇਸ਼ ਸੀ ਤੇ ਕਿਹੜੀ ਜਗ੍ਹਾ ਹੈ ਜਿੱਥੇ ਆ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪ੍ਰਕਾਸ਼ ਧਾਰਨ ਕੀਤਾ ਹੈ, ਜਿੱਥੇ ਉਹ ਪ੍ਰਗਟ ਹੋਏ ਹਨ। तो पै साल सुनो अब विक्रम राय। ਭਾਈ ਸਾਹਿਬ ਜੀ ਕਹਿੰਦੇ ਹਨ, ਹੇ ਕੈਪਟਨ ਮਰੀ ਸੁਣਨਾ ਕਰੋ। 1500 ਛਪਿਆ ਥਾਏ। ਜਿਹੜਾ ਸਾਲ ਰਾਜੇ ਵਿਕਰਮ ਦੇ ਨਾਂ ਤੇ ਚੱਲਦਾ ਹੈ, ਕਹਿੰਦੇ 1500 ਤੇ 26, ਜਿਹਨੂੰ ਆਪਾਂ 1469 ਈਸਵੀ ਕਹਿ ਦਿੰਦੇ ਆ, ਇਸ ਸਮੇਂ ਦੇ ਵਿੱਚ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਹੈ। ਤਲਵੰਡੀ ਗੁਲਾਲ ਹੋਏ ਰਾਏ। ਇਸ ਤਰ੍ਹਾਂ ਕਹਿੰਦੇ ਹਨ ਕਿ ਰਾਏ ਭੋਏ ਦੀ ਜਿਹੜੀ ਤਲਵੰਡੀ ਸੀ, ਉੱਥੇ ਰਾਜਾ ਬੁਲਾਰ ਰਾਜ ਕਰਦਾ ਹੈ। ਇੱਕ ਲਾਹੌਰ ਓ ਕਸੂਰ ਹੈ ਰਾਏ। ਉੱਥੇ ਕਹਿੰਦੇ ਲਾਹੌਰ ਤੇ ਕਸੂਰ ਦਾ ਜਿਹੜਾ ਇਲਾਕਾ ਹੈ, ਉਹ ਤਲਵੰਡੀ ਨਗਰ ਦੇ ਨੇੜੇ ਪੈਂਦਾ ਹੈ, ਜਿਹਨੂੰ ਆਪਾਂ ਅੱਜ ਕੱਲ੍ਹ ਸ੍ਰੀ ਨਨਕਾਣਾ ਸਾਹਿਬ ਕਹਿੰਦੇ ਆ। ਉਹਦਾ ਪੁਰਾਤਨ ਨਾਮ ਸੀ, ਉਹਨੂੰ ਰਾਏ ਭੋਏ ਦੀ ਤਲਵੰਡੀ ਕਹਿ ਦਿੰਦੇ ਸਨ। ਤੇ ਰਾਜਾ ਰਾਏ ਬੁਲਾਰ ਉੱਥੇ ਰਾਜ ਕਰਦਾ ਸੀ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ। ਤੇ ਲਾਹੌਰ ਤੇ ਕਸੂਰ ਇਹ ਵੱਡੀਆਂ ਨਗਰੀਆਂ ਕੋਲ ਪੈਂਦੀਆਂ ਸਨ। ਖੱਤਰੀ ਜਾਤ ਉਸ ਬੇਦੀ ਕਹਾਏ। ਕਹਿੰਦੇ ਖੱਤਰੀ ਜਾਤ ਦੇ ਲੋਕ ਉੱਥੇ ਰਹਿੰਦੇ ਸਨ ਤੇ ਜਿਨ੍ਹਾਂ ਦੇ ਵਿੱਚ ਕੁਝ ਬੇਦੀ ਲੋਕ ਰਹਿੰਦੇ ਹਨ। ਆਇਓ ਅਵਤਾਰ ਇਸੈ ਕੁਲ ਮਾਹੇ। ਇਸ ਕੁਲ ਦੇ ਵਿੱਚ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪ ਨਾਰਾਇਣ ਕਲਾਧਾਰ ਜਗ ਮੈਂ ਪਰਵਰਿਓ ਅਕਾਲ ਪੁਰਖ ਗੁਰੂ ਨਾਨਕ ਸਾਹਿਬ ਜੀ ਦੇ ਰੂਪ ਵਿੱਚ ਪ੍ਰਗਟ ਹੋਏ ਹਨ। ਬੇਦੀਆਂ ਦੀ ਜਿਹੜੀ ਕੁਲ ਹੈ, ਬੜੀ ਧਰਮਕਾਰੀ ਕੁਲ ਹੈ। ਇਹਦਾ ਇਤਿਹਾਸ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕੁਲ ਦਾ ਇਤਿਹਾਸ, ਸੋਢ ਵੰਸ਼ ਦਾ ਇਤਿਹਾਸ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਸ੍ਰੀ ਦਸਮ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਸੁਸ਼ੋਭਿਤ ਕੀਤਾ ਹੈ। ਇਹ ਯੋਧੇ ਹੁੰਦੇ ਸਨ, ਪਹਿਲਾਂ ਖੱਤਰੀ ਸਨ, 4 ਵਰਨੇ ਖੱਤਰੀ, ਬ੍ਰਾਹਮਣ, ਸੂਦ ਤੇ ਵੈਸ। ਤੇ ਇਹ ਪਹਿਲਾਂ ਜੰਗ ਕਰਦੇ ਹੁੰਦੇ ਸਨ, ਯੁੱਧ ਕਰਦੇ ਸਨ। ਤੇ ਜਦੋਂ ਜੰਗ ਕਰਦੇ ਸਨ ਤੇ ਹੌਲੀ ਹੌਲੀ ਇਹਨਾਂ ਦੇ ਜਿਹੜੇ ਵੱਡੇ ਵਡੇਰੇ ਸਨ, ਉਹਨਾਂ ਦਾ ਮਨ ਉਚਾਟ ਹੋ ਗਿਆ ਜੰਗਾਂ ਤੋਂ। ਉਹਨਾਂ ਨੇ ਵੇਦ ਪੜ੍ਹਨੇ ਸ਼ੁਰੂ ਕਰ ਦਿੱਤੇ। ਜਿਨ੍ਹਾਂ ਵੇਦ ਪੜ੍ਹਿਓ ਸੋ ਵੇਦੀ ਕਹਾਏ। ਜਦੋਂ ਉਹਨਾਂ ਨੇ ਵੇਦ ਪੜ੍ਹਨੇ ਸ਼ੁਰੂ ਕਰ ਦਿੱਤੇ ਤੇ ਉਹ ਵੇਦੀ ਬਣ ਗਏ। ਤਾਂ ਵੇਦੀ ਨਾਂ ਪਿਆ ਇਸ ਕੁੱਲ ਦਾ। ਜਿਵੇਂ ਆਪਾਂ ਕਹਿੰਦੇ ਆ ਨਾ ਵੀ ਪਾਠੀ ਸਿੰਘ ਹੈ, ਵੀ ਪਾਠ ਕਰਦਾ, ਗ੍ਰੰਥੀ ਸਿੰਘ ਹੈ, ਰਾਗੀ ਸਿੰਘ ਕੀਰਤਨ ਕਰਦਾ, ਕਥਾਵਾਚਕ ਕਥਾ ਕਰਦਾ। ਇੱਦਾਂ ਇਹਨਾਂ ਨੇ ਜੰਗ ਛੱਡ ਕੇ ਵੇਦ ਪੜ੍ਹਨਾ ਸ਼ੁਰੂ ਕਰ ਦਿੱਤਾ ਸੀ। ਵੇਦਾਂ ਦੇ ਪਾਠੀ ਬਣ ਗਏ ਸਨ ਤੇ ਉੱਥੋਂ ਇਹਨਾਂ ਦੀ ਕੁੱਲ ਦਾ ਨਾਮ ਪੈ ਗਿਆ ਵੇਦੀ। ਇਸ ਕਰਕੇ ਬੜੀ ਇਹ ਧਰਮਕਾਰੀ ਕੁੱਲ ਸੀ, ਧਰਮ ਦੇ ਕਰਮ ਕਰਨ ਵਾਲੇ ਤੇ ਉੱਚੀ ਕੁੱਲ ਹੈ। ਜਿਨ੍ਹਾਂ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪ੍ਰਕਾਸ਼ ਧਾਰਨ ਕੀਤਾ ਹੈ। ਸਤਿਯੁਗ ਮੈਂ ਜੋ ਜੋਗ ਥਾ ਭਇਓ। ਕਹਿੰਦੇ ਹਨ ਕਿ ਜੈਸੇ ਕਾਲਯੁਗ ਦੇ ਸਮੇਂ ਦੇ ਵਿੱਚ ਜਦੋਂ ਯੋਗ ਬਣਿਆ, ਸਮਾਂ ਬਣਿਆ, ਜੇ ਮਤ ਜਨਮ ਸੋ ਨਿਰਸੰਗ ਲਿਓ। ਜਿਸ ਕੁਲ ਦੇ ਅੰਦਰ ਨਰ ਸਿੰਘ ਨੇ ਅਵਤਾਰ ਧਾਰਨ ਕੀਤਾ, ਜਦੋਂ ਪਾਪ ਵੱਧ ਗਿਆ, ਉਪਦਰਵ ਵੱਧ ਗਿਆ ਤੇ ਨਰ ਸਿੰਘ ਨੂੰ ਆਉਣਾ ਪਿਆ ਭਗਤ ਦੀ ਰੱਖਿਆ ਕਰਨ ਵਾਸਤੇ। ਨਰ ਸਿੰਘ ਦਾ ਰੂਪ ਵਾਹਿਗੁਰੂ ਨੇ ਧਾਰਿਆ ਤੇ ਭਗਤ ਪ੍ਰਹਿਲਾਦ ਦੀ ਰੱਖਿਆ ਕੀਤੀ ਤੇ ਹਰਨਾਕਸ਼ ਮਾਰ ਪਹੁੰਚਾਇਆ। ਹਰਨਾਕਸ਼ ਦਾ ਘਾਤ ਉਹਨਾਂ ਨੇ ਕੀਤਾ ਹੈ। ਫਿਰ ਤ੍ਰੇਤਾ ਦਾ ਸਮਾਂ ਆਇਆ, ਤ੍ਰੇਤਾ ਯੁੱਗ ਆਇਆ ਤੇ ਤ੍ਰੇਤੇ ਯੁੱਗ ਦੇ ਵਿੱਚ ਜਦੋਂ ਪਾਪ ਵਧਿਆ ਤੇ ਸਮੇਂ ਨੂੰ ਲੋੜ ਪੈ ਗਈ ਕਿਸੇ ਅਵਤਾਰੀ ਪੁਰਖ ਦੀ, ਤੇ ਜਦੋਂ ਫਿਰ ਉਦੋਂ ਯੋਗ ਬਣਿਆ, ਸਮਾਂ ਬਣਿਆ ਹੈ। ਇਸ ਤਰ੍ਹਾਂ ਜਿਸ ਵੰਸ਼ ਦੇ ਵਿੱਚ ਤ੍ਰੇਤੇ ਯੁੱਗ ਦੇ ਅੰਦਰ ਰਾਮਚੰਦਰ ਜੀ ਨੇ ਜਨਮ ਧਾਰਨ ਕੀਤਾ ਹੈ। ਫਿਰ ਦੁਆਪਰ ਦਾ ਸਮਾਂ ਆ ਗਿਆ ਤੇ ਦੁਆਪਰ ਦੇ ਵਿੱਚ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਰਤਾਰਥ ਕੀਓ। ਮਹਾਰਾਜ ਦੀ ਬਾਣੀ ਵੀ ਫਰਮਾਨ ਕਰਦੀ ਕਿ ਦੁਆਪਰ ਦੇ ਸਮੇਂ ਦੇ ਵਿੱਚ ਫਿਰ ਉਸੇ ਹੀ ਵੰਸ਼ ਦੇ ਅੰਦਰ ਸ੍ਰੀ ਕ੍ਰਿਸ਼ਨ ਜੀ ਉਹਨਾਂ ਨੇ ਜਨਮ ਧਾਰਨ ਕੀਤਾ ਹੈ। ਕਲਯੁਗ ਦਾ ਭਿਅੰਕਰ ਸਮਾਂ ਆਇਆ ਤੇ ਉਸ ਕਲਯੁਗ ਦੇ ਸਮੇਂ ਵਿੱਚ ਜਦੋਂ ਪਾਪ ਵੱਧ ਗਿਆ
ਤੇ ਫਿਰ ਇੱਕ ਉੱਤਮ ਮਹਾਨ ਕੁਲ ਦੇ ਅੰਦਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪ੍ਰਕਾਸ਼ ਧਾਰਨ ਕੀਤਾ ਹੈ। ਦਾ ਨਾਮ ਤੋਂ ਕਾਲੂ ਦਾਸ। ਉਹਨਾਂ ਦੇ ਪਿਤਾ ਦਾ ਨਾਮ ਸੀ ਕਾਲੂ ਦਾਸ। ਅਸਲ ਵਿੱਚ ਨਾਮ ਸੀਗਾ ਮਹਿਤਾ ਕਲਿਆਣ ਦਾਸ। ਮਹਿਤਾ ਵੱਡੇ ਨੂੰ ਕਹਿੰਦੇ ਨੇ, ਸਤਕਾਰ ਸੀ ਕਿਉਂਕਿ ਪਟਵਾਰੀ ਸਨ, ਲੋਕ ਮਹਿਤਾ ਜੀ ਕਹਿੰਦੇ ਸਨ। ਮਹਿਤਾ ਵੱਡੇ ਨੂੰ ਕਹਿੰਦੇ ਨੇ ਤੇ ਨਾਮ ਸੀ ਕਲਿਆਣ ਦਾਸ। ਤੇ ਛੋਟਾ ਨਾਮ ਉਹਨਾਂ ਨੂੰ ਕਾਲੂ ਜੀ ਵੀ ਕਹਿ ਦਿੰਦੇ ਸਨ ਪਿਆਰ ਦੇ ਨਾਲ। ਸੋ ਉਹਨਾਂ ਦੇ ਪਿਤਾ ਜੀ ਦਾ ਨਾਮ ਕਲਿਆਣ ਦਾਸ ਮਹਿਤਾ ਹੈ। ਦਾਸ ਨਾਮ ਤੋਂ ਤ੍ਰਿਪਤੋ ਦਾਸ। ਤੇ ਉਹਨਾਂ ਦੇ ਮਾਤਾ ਜੀ ਦਾ ਨਾਮ ਹੈ ਤ੍ਰਿਪਤਾ। ਸ਼ਬਦ ਆਉਂਦਾ ਨਾ, ਤ੍ਰਿਪਤ ਭਈ ਸੱਚ ਭੋਜਨ ਖਾਇਆ। ਸੱਚ ਦਾ ਜਿਨ੍ਹਾਂ ਨੇ ਭੋਜਨ ਛਕ ਲਿਆ ਉਹ ਤ੍ਰਿਪਤ ਹੋ ਗਏ ਅੰਦਰ। ਤੇ ਮਾਤਾ ਤ੍ਰਿਪਤਾ ਜੀ, ਨਾਮ ਵੀ ਤ੍ਰਿਪਤ ਹੈ ਤੇ ਮਨ ਤੇ ਤਨ ਪਰਮੇਸ਼ਰ ਦੇ ਨਾਮ ਦੇ ਨਾਲ ਤ੍ਰਿਪਤੀ ਹੋਇਆ ਪਿਆ, ਜਿਨ੍ਹਾਂ ਦੇ ਘਰ ਅਕਾਲ ਪੁਰਖ ਨੇ ਪ੍ਰਕਾਸ਼ ਧਾਰਨ ਕੀਤਾ ਹੈ। ਓ ਮੇਰਾ ਧਰਮ ਮਾਏ ਹੋਵਤ ਘਰੇ, ਤਨ ਮੈਂ ਥੇ ਕਿਛੂਨ। ਭਾਈ ਰਤਨ ਸਿੰਘ ਜੀ ਕਹਿੰਦੇ ਨੇ ਕਿ ਭਾਵੇਂ ਧਨ ਦੇ ਵਿੱਚ ਕੁਝ ਊਣੇ ਸਨ, ਵੀ ਚਲੋ ਬਹੁਤੀ ਮਾਇਆ ਨਹੀਂ ਸੀ, ਗੁਜ਼ਾਰਾ ਠੀਕ ਚੱਲੀ ਜਾਂਦਾ ਸੀਗਾ, ਪਰ ਧਰਮ ਦੇ ਵਿੱਚ ਘਣੇ ਬਹੁਤੇ ਸਨ। ਧਰਮ ਉਹਨਾਂ ਦੇ ਕੋਲ ਬਹੁਤ ਜ਼ਿਆਦਾ ਸੀ। ਧਰਮ ਦਾ ਖਜ਼ਾਨਾ ਉਹਨਾਂ ਦੇ ਪਾਸ ਭਰਿਆ ਹੋਇਆ ਹੈ। ਕਿਛ ਗੁਣ ਕੋ ਕੁਛ ਗੁਣ ਹੈ ਕੋ, ਆਏ ਪ੍ਰਗਟੋ ਬੜ ਪੂਨ। ਉਹਨਾਂ ਦੀ ਕੁੱਲ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਆਏ। ਪਿਛਲੇ ਜਨਮ ਦਾ ਕੋਈ ਪੁੰਨ ਸੀ ਜਿਹੜਾ ਪ੍ਰਗਟ ਹੋ ਗਿਆ। ਭਾਈ ਸੰਤੋਖ ਸਿੰਘ ਜੀ ਨੇ ਕਥਾ ਜ਼ਰੂਰ ਲਿਖੀ ਹੈ ਕਿ ਮਾਤਾ ਤ੍ਰਿਪਤਾ ਜੀ ਤੇ ਪਿਤਾ ਕਲਿਆਣ ਦਾਸ ਜੀ, ਉਹਨਾਂ ਨੇ ਬੜੀ ਬੰਦਗੀ ਕੀਤੀ ਸੀ ਪੂਰਬਲੇ ਜਨਮ ਵਿੱਚ। ਅਰਦਾਸਾਂ ਕਰਦੇ ਸਨ ਤੇ ਮੰਗਿਆ ਕਿ ਹੇ ਪਰਮੇਸ਼ਰ, ਪੁੱਤਰ ਦਾ ਰੂਪ ਲੈ ਕੇ ਸਾਡੇ ਘਰ ਦੇ ਵਿੱਚ ਆਓ ਤੁਸੀਂ। ਤੇ ਜਦੋਂ ਫਿਰ ਇਸ ਸਰੂਪ ਦੇ ਵਿੱਚ ਆਏ, ਉਦੋਂ ਫਿਰ ਉਹ ਭਾਵੇਂ ਗੱਲਾਂ ਭੁੱਲ ਗਈਆਂ ਪੁਰਾਣੀਆਂ ਵੀ ਅਸੀਂ ਮੰਗਿਆ ਕੀ ਸੀ। ਉਹ ਜਿਹੜਾ ਤਪ ਕੀਤਾ ਹੋਇਆ ਸੀ ਨਾ, ਉਸ ਤਪ ਦੇ ਕਰਕੇ ਘਰ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਇਆ ਹੈ। ਭਲ ਸਾਹਿਤ ਉਹ ਭਲ ਘੜੀ, ਪਰੋ ਨਛੱਤਰ ਜੋਗ। ਸੋ ਇਸੇ ਪ੍ਰਕਾਰ ਕਹਿੰਦੇ ਉਹ ਭਲਾ ਸਮਾਂ ਸੀ, ਭਲੀ ਘੜੀ ਸੀ, ਸੁਭਾਗਾ ਕਹਿੰਦਾ ਸੰਜੋਗ ਬਣਿਆ ਹੋਇਆ ਹੈ, ਜਿਸ ਸਮੇਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪ੍ਰਕਾਸ਼ ਧਾਰਿਆ ਹੈ। ਭਲੀ ਰਾਸ ਉਹ ਗ੍ਰਹਿ ਭਲੇ, ਹੋਸਰ ਭਲੇ ਸੰਜੋਗ। ਇਸੇ ਪ੍ਰਕਾਰ ਕਹਿੰਦੇ ਉਹ ਭਲੀ ਰਾਸ ਸੀ ਤੇ ਭਲੇ 9 ਗ੍ਰਹਿਾਂ ਵਿੱਚੋਂ ਇੱਕ ਚੰਗੇ ਗ੍ਰਹਿ ਦਾ ਵੇਲਾ ਕਹਿ ਲਓ ਕਿ ਜਦੋਂ ਗੁਰੂ ਨਾਨਕ ਸਾਹਿਬ ਨੇ ਪ੍ਰਕਾਸ਼ ਧਾਰਨ ਕੀਤਾ ਹੈ। ਤੇ ਕਹਿੰਦੇ ਜਦੋਂ ਪ੍ਰਕਾਸ਼ ਗੁਰੂ ਸਾਹਿਬ ਜੀ ਨੇ ਧਾਰਨ ਕੀਤਾ ਤੇ ਹਰ ਪਾਸੇ ਉਹਨਾਂ ਦਾ ਪ੍ਰਤਾਪ ਵੱਧ ਗਿਆ ਹੈ। ਜਨਮਤ ਹੀ ਤੇ ਮਾਤ ਪਿਤ ਬੜਿਓ, ਬਹੁਤ ਪ੍ਰਤਾਪ। ਭਲੀ ਘੜੀ, ਭਲਾ ਨਛੱਤਰ, ਭਲਾ ਯੋਗ, ਭਲਾ ਗ੍ਰਹਿ, ਭਲੀ ਰਾਸ ਤੇ ਭਲਾ ਸੰਜੋਗ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਪ੍ਰਗਟ ਹੋਏ ਤੇ ਉਹਨਾਂ ਦੇ ਪ੍ਰਗਟ ਹੋਣ ਦੇ ਨਾਲ ਜਨਮਤ ਹੀ ਤੇ ਮਾਤ ਪਿਤ ਬੜਿਓ ਬਹੁ ਪ੍ਰਤਾਪ। ਗੁਰੂ ਸਾਹਿਬ ਦੇ ਪ੍ਰਕਾਸ਼ ਲੈਂਦਿਆਂ ਹੀ ਉਹਨਾਂ ਦੇ ਮਾਤਾ ਪਿਤਾ ਦਾ ਬੜਾ ਪ੍ਰਤਾਪ ਸਮਾਜ ਵਿੱਚ, ਸੰਸਾਰ ਵਿੱਚ ਵੱਧ ਗਿਆ ਹੈ। ਰਿੱਧ ਸਿੱਧ ਨੋ ਨਿਧ ਯਤ, ਦਿਓ ਭੂਮ ਧਨ ਆਪ। ਰਿੱਧੀਆਂ ਸਿੱਧੀਆਂ 9 ਨਿਧੀਆਂ, ਧਰਤੀ ਧਨ ਦੁਨੀਆ ਦੇ ਜਿਹੜੇ ਪਦਾਰਥ ਸਨ, ਉਹ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਮਾਤਾ ਪਿਤਾ ਨੂੰ ਬਖਸ਼ਿਸ਼ ਕਰ ਦਿੱਤੇ। ਉਹਨਾਂ ਦਾ ਘਰ ਜਿਹੜਾ ਉਹ ਭੰਡਾਰਿਆਂ ਨਾਲ ਭਰ ਦਿੱਤਾ ਹੈ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਦਾ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੈ। ਸਭ ਕੁਝ ਉਸ ਮਾਲਕ ਦੇ ਘਰ ਵਿੱਚ ਹੈ ਤੇ ਆਪੇ ਹੀ ਮਿਹਰਾਮਤ ਕਰਕੇ ਉਹ ਬਖਸ਼ਿਸ਼ਾਂ ਕਰਦੇ ਹਨ। ਹੋ ਪਈ ਆਵਲ ਗਣ ਕੋ ਪ੍ਰੀਤੀ ਗੁਣਾਏ। ਕਹਿੰਦੇ ਜਦੋਂ ਸਤਿਗੁਰੂ ਜੀ ਦਾ ਪ੍ਰਕਾਸ਼ ਹੋਇਆ ਤੇ ਅਵਲ ਗੜਨ ਕੋ ਪ੍ਰਿਥੀ ਖੁਦਾਈ। ਅਵਲ ਕਹਿੰਦੇ ਜੇਰ, ਜਿਹਦੇ ਵਿੱਚ ਬੱਚਾ ਜਨਮ ਲੈਂਦਾ, ਉਹ ਜੇਰ ਜਿਹੜੀ ਸੀ ਉਹ ਦੱਬਣੀ ਸੀ ਧਰਤੀ ਵਿੱਚ। ਤੇ ਜਦੋਂ ਜਾ ਕੇ ਕਹਿੰਦੇ ਉਹ ਧਰਤੀ ਨੂੰ ਖੋਦਿਆ ਜੇਰ ਦੱਬਣ ਵਾਸਤੇ। ਤਾਹਾਂ ਤਰਫ ਤਿਸ ਨਦਰੇ ਆਏ। ਜਦੋਂ ਧਰਤੀ ਪੁੱਟੀ ਨਾ ਤੇ ਥੱਲੇ ਕਿਸੇ ਨੇ ਮਾਇਆ ਦੱਬੀ ਹੋਈ ਸੀ। ਤੇ ਕਹਿੰਦੇ ਜੇਰ ਦੱਬਣ ਵੇਲੇ ਵੀ ਉਹ ਥੱਲੋਂ ਮਾਇਆ ਜਿਹੜੀ ਆ ਧਰਤੀ ਵਿੱਚੋਂ ਪ੍ਰਾਪਤ ਹੋਈ ਹੈ। ਮਾਤ ਪਿਤਾ ਦਿਲ ਵਧਿਓ ਹੁਲਾਸ। ਮਾਤਾ ਪਿਤਾ ਸੋਚਣ ਲੱਗੇ ਵੀ ਹਲੇ ਜਨਮ ਹੀ ਹੋਇਆ, ਅਵਲ ਜੇਰ ਦੱਬਣ ਵਾਸਤੇ ਗਏ ਸੀ, ਧਨ ਮਿਲ ਗਿਆ, ਇਹ ਬੱਚਾ ਤਾਂ ਬੜੇ ਭਾਗਾਂ ਵਾਲਾ ਹੈ ਸਾਡੇ ਵਾਸਤੇ, ਜਿਹਦੇ ਆਉਣ ਦੇ ਨਾਲ ਹੀ ਸਾਡੇ ਘਰ ਦੇ ਵਿੱਚ ਇੰਨੀ ਜ਼ਿਆਦੀ ਮਾਇਆ ਆ ਗਈ। ਇਹ ਸੋਚ ਕੇ ਮਾਤਾ ਪਿਤਾ ਦੇ ਦਿਲ ਵਿੱਚ ਬੜਾ ਹੁਲਾਸ ਵੱਧ ਗਿਆ ਹੈ। ਪੰਡਤ ਸਤ ਪੁੱਛੋ ਬੜ ਖਾਸ। ਫਿਰ ਉਹਨਾਂ ਨੇ
ਖਾਸ ਜਿਹੜਾ ਪੰਡਤ ਸੀ ਨਾ, ਜਿਨ੍ਹਾਂ ਨੂੰ ਪੰਡਤ ਹਰਦਿਆਲ ਜੀ ਕਹਿੰਦੇ ਨੇ, ਉਹਨਾਂ ਨੂੰ ਆਪਣੇ ਘਰ ਦੇ ਵਿੱਚ ਬੁਲਾ ਕੇ ਤੇ ਗੁਰੂ ਨਾਨਕ ਸਾਹਿਬ ਜੀ ਬਾਰੇ ਪੁੱਛਿਆ ਹੈ। ਦੋਹਰਾ ਪੰਡਤ ਦੇਵਾ ਲਿਖ ਧਰਿਓ, ਮਨ ਮੈਂ ਬੜ ਸੁਖ ਪਾਏ। ਜੇ ਇਤਿਹਾਸ ਨੂੰ ਪੜ੍ਹੀਏ ਤੇ ਗੁਰੂ ਨਾਨਕ ਸਾਹਿਬ ਜੀ ਦੇ ਪਹਿਲੇ ਸਿੱਖ ਵੀ ਪੰਡਤ ਹਰਦਿਆਲ ਜੀ ਹੋਏ ਨੇ, ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਦੀ ਜਨਮ ਪੱਤਰੀ ਲਿਖਣ ਵੇਲੇ ਹੀ ਸਾਰੇ ਲੱਛਣ ਵਿਚਾਰ ਕੇ ਦੱਸ ਦਿੱਤਾ ਸੀ ਅਵਤਾਰੀ ਪੁਰਸ਼ ਜੀ। ਤੇ ਦੂਸਰੇ ਬੀਬੀਆਂ ਦੇ ਵਿੱਚੋਂ ਜੇ ਕੋਈ ਪਹਿਲਾ ਸਿੱਖ ਹੋਇਆ ਹੈ ਤੇ ਉਹ ਸਤਿਕਾਰਯੋਗ ਬੇਬੇ ਨਾਨਕੀ ਜੀ ਹੋਏ ਨੇ, ਗੁਰੂ ਨਾਨਕ ਸਾਹਿਬ ਜੀ ਦੇ ਭੈਣ ਜੀ, ਜਿਨ੍ਹਾਂ ਦਾ ਅਟੁੱਟ ਵਿਸ਼ਵਾਸ ਗੁਰੂ ਸਾਹਿਬ ਜੀ ਤੇ ਸਦਾ ਹੀ ਬਣਿਆ ਰਿਹਾ ਤੇ ਬੜਾ ਹੀ ਪ੍ਰੇਮ ਕਰਦੇ ਸਨ ਗੁਰੂ ਸਾਹਿਬ ਜੀ ਨਾਲ। ਉਹ ਪੰਡਤ ਹਰਦਿਆਲ ਜੀ ਨੂੰ ਬੁਲਾਇਆ ਗਿਆ, ਆਖਿਆ ਵੀ ਇਹਨਾਂ ਦੀ ਜਨਮ ਪੱਤਰੀ ਲਿਖੋ। ਤੇ ਪੰਡਤ ਜੀ ਆਏ ਤੇ ਉਹਨਾਂ ਨੇ ਆਪਣਾ ਟੇਵਾ ਲਿਖ ਕੇ ਰੱਖਿਆ ਤੇ ਜਦੋਂ ਉਹਨਾਂ ਨੇ ਟੇਵਾ ਵਿਚਾਰਿਆ ਨਾ ਤੇ ਮਨ ਮੈਂ ਬੜ ਸੁਖ ਪਾਏ, ਮਨ ਵਿੱਚ ਬੜਾ ਹੀ ਸੁਖ ਪ੍ਰਾਪਤ ਕੀਤਾ ਹੈ। ਮੁੜ ਮੁੜ ਬਾਲਕ ਰੂਪ ਲਖ, ਮੰਦ ਮੰਦ ਮੁਸਕਾਏ। ਸਤਿਗੁਰ ਜੀ ਮੱਠਾ ਮੱਠਾ ਮੁਸਕਰਾਉਂਦੇ ਨੇ, ਬੱਚਾ ਜਨਮ ਲੈਂਦਾ ਤੇ ਰੋਂਦਾ ਹੈ, ਗੁਰੂ ਸਾਹਿਬ ਜੀ ਮੁਸਕਰਾ ਰਹੇ ਸਨ। ਤੇ ਇਸ ਤਰ੍ਹਾਂ ਗੁਰੂ ਸਾਹਿਬ ਜੀ ਦਾ ਰੂਪ ਵੇਖ ਵੇਖ ਕੇ ਨਾ ਤੇ ਬੜੇ ਖੁਸ਼ ਹੋ ਰਹੇ ਸਨ ਪੰਡਤ ਜੀ, ਮਨ ਹੀ ਮਨ ਖੁਸ਼ ਹੋ ਰਹੇ ਸਨ। ਮੇਰੇ ਵੱਡੇ ਭਾਗ ਕਿ ਮੈਨੂੰ ਇਹਨਾਂ ਦੇ ਦਰਸ਼ਨ ਪ੍ਰਾਪਤ ਹੋਏ ਹਨ ਤੇ ਵਾਰ-ਵਾਰ ਉਹ ਸਤਿਗੁਰ ਜੀ ਦਾ ਰੂਪ ਵੇਖਦੇ ਹਨ। ਜੋ ਪਈ ਦੇਵਾ ਪੰਡਤ ਧਰਿਓ ਲਿਖਾਏ। ਇਸ ਤਰ੍ਹਾਂ ਪੰਡਤ ਹਰਦਿਆਲ ਜੀ ਨੇ ਕਹਿੰਦੇ ਜਨਮ ਪੱਤਰੀ ਲਿਖ ਕੇ ਰੱਖੀ ਹੈ। ਮਾਤ ਪਿਤ ਬੋ ਸਮਝਾਏ। ਮਾਤਾ ਪਿਤਾ ਜੀ ਨੂੰ ਕਹਿੰਦੇ ਉਹ ਪੱਤਰੀ ਦੇ ਦਿੱਤੀ ਤੇ ਬੜਾ ਸਮਝਾਇਆ ਹੈ। ਪੰਡਤ ਕਹਿ ਇਸ ਅਦਬ ਰਖਾਇਓ। ਹਰਦਿਆਲ ਜੀ ਕਹਿਣ ਲੱਗੇ ਨੇ, ਕਲਿਆਣ ਦਾਸ ਜੀ ਇਹਨਾਂ ਦਾ ਅਦਬ ਰੱਖਿਓ, ਇਹਨਾਂ ਦਾ ਸਤਿਕਾਰ ਜ਼ਰੂਰ ਕਰਿਓ। ਇਹ ਕੋਈ ਪੁਰਖ ਪੂਰਨ ਹੈ ਆਇਓ। ਇਹਨੂੰ ਪੁੱਤਰ ਨਾ ਸਮਝਣਾ, ਇਉਂ ਸਮਝ ਲਓ ਕਿ ਉਹ ਕੋਈ ਪੂਰਨ ਪੁਰਸ਼ ਤੁਹਾਡੇ ਘਰ ਦੇ ਵਿੱਚ ਆਇਆ ਹੈ। ਨਹਿ ਕਲੰਕ ਜਨ ਇਹ ਪਇਓ ਆਪ। ਇਸ ਤਰ੍ਹਾਂ ਸਮਝ ਲਓ ਕਿ ਉਹ ਨੇਹ ਕਲੰਕ ਅਕਾਲ ਪੁਰਖ ਵਾਹਿਗੁਰੂ ਹੀ ਤੁਹਾਡੇ ਘਰ ਦੇ ਵਿੱਚ ਆਪ ਚੱਲ ਕੇ ਆਏ ਹਨ। ਜਾਪਤ ਇਸਕੋ ਜਿਤੋ ਪ੍ਰਤਾਪ। ਵੇਖਣ ਦੇ ਵਿੱਚ ਮੈਨੂੰ ਇਹਨਾਂ ਦਾ ਇੰਨਾ ਪ੍ਰਤਾਪ ਜਾਪਦਾ ਹੈ ਕਿ ਇਹ ਕੋਈ ਆਮ ਬਾਲਕ ਨਹੀਂ, ਇਹ ਬਾਲਕ ਅਕਾਲ ਪੁਰਖ ਵਾਹਿਗੁਰੂ ਦਾ ਅਵਤਾਰ ਹੈ, ਜਿਨ੍ਹਾਂ ਇਹਨਾਂ ਦਾ ਤੇਜ ਪ੍ਰਤਾਪ ਹੈ। ਜਦੋਂ ਉਹਨਾਂ ਨੇ ਸਤਿਗੁਰੂ ਜੀ ਦਾ ਨਾਮ ਰੱਖਿਆ, ਨਾਮਕਰਨ ਉਦੋਂ ਆਪਣੇ ਤਰੀਕੇ ਨਾਲ ਉਹ ਕਰਦੇ ਸਨ ਤੇ ਦਸਵੇਂ ਪਾਤਸ਼ਾਹ ਜੀ ਨੇ ਮਰਿਆਦਾ ਚਲਾਈ ਨਾਮਕਰਨ ਦੀ ਵੀ, ਬੱਚਾ ਜਨਮ ਲਏ ਤੇ ਅੰਮ੍ਰਿਤ ਦੀ ਗੁੜਤੀ ਦੇ ਕੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਕਰਕੇ ਹੁਕਮਨਾਮੇ ਦਾ ਜਿਹੜਾ ਪਹਿਲਾ ਅੱਖਰ ਆਵੇ ਉਹਦੇ ਤੇ ਨਾਂ ਰੱਖਣਾ ਹੈ। ਤੇ ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਰੱਖਿਆ, ਨਕਾਰ ਅਛਰ ਉਨ ਮੋਹਰੇ ਧਰਾਇਓ। ਨਕਾਰ ਦਾ ਭਾਵ ਹੀ ਜਿਹੜਾ ਨੰਨਾ ਅੱਖਰ ਸੀਗਾ ਉਹ ਗੁਰੂ ਸਾਹਿਬ ਜੀ ਦੇ ਨਾਮ ਦੇ ਮੂਹਰਲੇ ਪਾਸੇ ਲਾ ਦਿੱਤਾ ਹੈ। ਹੁਣ ਉਹਨਾਂ ਨੇ ਨੰਨਾ ਅੱਖਰ ਇਸ ਕਰਕੇ ਲਾਇਆ ਵੀ ਇਹ ਨੇਹ ਕਲੰਕ ਹੈ, ਸਭ ਨੂੰ ਕਲੰਕ ਲੱਗਿਆ, ਭਾਵੇਂ ਜਿੰਨੇ ਮਰਜ਼ੀ ਅਵਤਾਰੀ ਪੁਰਸ਼ ਆਏ ਨੇ ਕੋਈ ਨਾ ਕੋਈ ਕਲੰਕ ਲਾ ਕੇ ਹੀ ਗਏ ਦੁਨੀਆ ਤੋਂ। ਇਸ ਕਰਕੇ ਉਹਨਾਂ ਨੇ ਆਖਿਆ ਵੀ ਇਹ ਨੇਹ ਕਲੰਕ ਹੈ। ਕਲੰਕ ਬਿਨਾ ਨੇ ਕਲੰਕੀ ਸਰੂਪੇ। ਦਸਵੇਂ ਪਾਤਸ਼ਾਹ ਜੀ ਕਹਿੰਦੇ ਹੋ ਵਾਹਿਗੁਰੂ ਕਲੰਕ ਤੋਂ ਬਿਨਾ ਨੇ ਕਲੰਕ ਸਰੂਪ ਹੈ ਪਰਮੇਸ਼ਰ। ਇਸ ਕਰਕੇ ਉਹਨਾਂ ਦੇ ਨਾਮ ਦੇ ਮੂਹਰੇ ਨੇ ਕਲੰਕ ਵਾਲਾ ਨੰਨਾ ਲਾ ਕੇ ਤੇ ਨਾਨਕ ਨਾਮ ਰੱਖਿਆ ਹੈ। ਉਸ ਸਮੇਂ ਜਿਹੜਾ ਵੀ ਆ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਪ੍ਰਾਪਤ ਕਰਦਾ ਹੈ, ਦਰਸ਼ਨ ਕਰਕੇ ਪ੍ਰਸੰਨ ਹੋ ਜਾਂਦਾ ਤੇ ਮਨ ਉਹਨਾਂ ਦਾ ਮੋਹਿਤ ਹੋ ਜਾਂਦਾ ਹੈ। ਕਈ ਵਾਰ ਬਹੁ ਦੇਖਿਓ ਚਾਹੇ, ਜਿਹਨੇ ਇੱਕ ਵਾਰ ਦਰਸ਼ਨ ਕਰ ਲਏ ਉਹ ਫਿਰ ਮੁੜ ਮੁੜ ਕੇ ਕਈ ਵਾਰੀ ਗੁਰੂ ਸਾਹਿਬ ਦੇ ਦਰਸ਼ਨ ਕਰਨਾ ਚਾਹੁੰਦਾ ਹੈ। ਉਸ ਤ੍ਰਿਪਤ ਹੈ, ਸਤਿਗੁਰੂ ਜੀ ਦੇ ਦਰਸ਼ਨ ਕਰਕੇ ਉਹਨਾਂ ਦਾ ਮਨ ਤ੍ਰਿਪਤ ਨਹੀਂ ਹੁੰਦਾ, ਹੋਰ ਇੱਛਾ ਜਾਗਦੀ ਆ। ਛੋਟਾ ਜਿਹਾ ਬੱਚਾ ਖੇਡਦਾ ਹੋਵੇ ਤੇ ਸਾਰੇ ਕਿੰਨੇ ਖੁਸ਼ ਹੁੰਦੇ, ਵਾਰ-ਵਾਰ ਉਹਦੀਆਂ ਹਰਕਤਾਂ ਹੀ ਵੇਖਦੇ ਨੇ। ਤੇ ਇਹ ਤੁਸੀਂ ਆਪਣੇ ਮਨ ਵਿੱਚ ਸੋਚੋ ਕਿ ਜਿੱਥੇ ਅਕਾਲ ਪੁਰਖ ਆਪ ਆਏ ਹੋਣ ਤੇ ਕਿਉਂ ਨਾ ਲੋਕਾਂ ਦੇ ਮਨ ਵਿੱਚ ਏਡਾ ਉਤਸ਼ਾਹ ਹੋਵੇ ਉਹਨਾਂ ਦੇ ਦਰਸ਼ਨ ਕਰਨ ਦਾ। ਦੋਹਰਾ ਕਉ ਕਹੈ ਜੇ ਭਇਓ ਸਿੱਧ, ਕਉ ਕਹੈ ਅਵਤਾਰ। ਭਾਈ ਰਤਨ ਸਿੰਘ ਜੀ ਕਹਿੰਦੇ ਵੀ ਕੋਈ ਇਹ ਕਹਿੰਦਾ ਵੀ ਇਹ ਕੋਈ ਵੱਡਾ ਸਿੱਧ ਪੁਰਸ਼ ਪ੍ਰਗਟ ਹੋਇਆ ਤੇ ਕੋਈ ਕਹਿਣ ਲੱਗਾ ਵੀ ਇਹ ਕੋਈ ਅਵਤਾਰੀ ਪੁਰਸ਼ ਸੰਸਾਰ ਤੇ ਆਇਆ ਹੈ। ਕਉ ਕਹੈ ਪਾਪ ਜਾਇ ਹੈ, ਹੋਗ ਸੋ ਛਤਰ ਧਾਰ।
ਤੇ ਕੋਈ ਕਹਿਣ ਲੱਗਾ ਵੀ ਇਹ ਕੋਈ ਵੱਡਾ ਪਾਤਸ਼ਾਹ ਹੈ, ਕੋਈ ਬਾਦਸ਼ਾਹ ਹੈ, ਬੜਾ ਵੱਡਾ ਛਤਰਧਾਰੀ ਇਹ ਰਾਜਾ ਹੋਵੇਗਾ ਦੁਨੀਆ ਦਾ, ਜਿਹੜਾ ਸੰਸਾਰ ਤੇ ਚੱਲ ਕੇ ਆਇਆ ਹੈ। ਸੋ ਭਈ ਧਨਵਾਨ ਕਹੈ ਦੇਈਏ ਜਾਹੇ। ਜਿਹੜਾ ਧਨਵਾਨ ਪੁਰਸ਼ ਹੈ, ਜਦੋਂ ਗੁਰੂ ਸਾਹਿਬ ਦੇ ਦਰਸ਼ਨ ਕਰਦਾ ਹੈ, ਉਹਦਾ ਮਨ ਕਰਦਾ ਵੀ ਇਹ ਮੈਂ ਆਪਣਾ ਸਾਰਾ ਕੁਝ ਗੁਰੂ ਸਾਹਿਬ ਨੂੰ ਹੀ ਦੇ ਦਿਆਂ, ਸਾਰਾ ਕੁਝ ਇਹਨਾਂ ਤੋਂ ਮੈਂ ਵਾਰ ਦਿਆਂ। ਨਿਰਧਨ ਕਹੈ ਤਨ ਇਤ ਸੇਵ ਆਹੇ। ਜਿਹੜਾ ਨਿਰਧਨ ਹੈ ਭਾਵ ਗਰੀਬ ਹੈ, ਅਮੀਰ ਤਾਂ ਕਹਿੰਦਾ ਵੀ ਮੈਂ ਸਾਰਾ ਕੁਝ ਲੁਟਾ ਦਿਆਂ ਗੁਰੂ ਤੋਂ, ਤੇ ਜਿਹੜਾ ਗਰੀਬ ਹੈ ਉਹ ਕਹਿੰਦਾ ਵੀ ਮੈਂ ਗੁਰੂ ਸਾਹਿਬ ਦੇ ਦਰਸ਼ਨ ਕਰ ਲਵਾਂ ਤੇ ਇਹਨਾਂ ਦੀ ਸੇਵਾ ਕਰ ਲਵਾਂ, ਇਹਨਾਂ ਦੀ ਸੇਵਾ ਨਾਲ ਮੇਰੇ ਕੋਲ ਧਨ ਆ ਜਾਏਗਾ। ਹੁਣ ਵੇਖੋ ਦਰਬਾਰ ਸਾਹਿਬ ਅੱਜ ਵੀ ਸੰਗਤ ਜਾਂਦੀ ਹੈ, ਜਿਹੜੇ ਕਰੋੜਾਪਤੀ ਲੋਕ ਨੇ ਉਹ ਕਰੋੜਾਂ ਦੀਆਂ ਵਸਤੂਆਂ ਦੇ ਕੇ ਜਾਂਦੇ ਨੇ। ਨਵੀਂ ਗੱਲ ਤਾਂ ਹੈ ਨਹੀਂ, ਗੁਰੂ ਸਾਹਿਬ ਦੇ ਸਮੇਂ ਤੋਂ ਹੀ ਗੱਲ ਚੱਲੀ ਆਉਂਦੀ ਹੈ। ਜਿਹਦੇ ਕੋਲ ਮਾਇਆ ਸੀ ਉਹ ਮਾਇਆ ਦਿੰਦਾ ਗੁਰੂ ਸਾਹਿਬ ਨੂੰ ਆ ਕੇ, ਕਿਉਂਕਿ ਉਹਦੀ ਭਾਵਨਾ ਹੁੰਦੀ ਹੈ ਵੀ ਮੇਰੇ ਕੋਲ ਮਾਇਆ ਹੈਗੀ ਤੇ ਮੈਂ ਇਹ ਮਾਇਆ ਗੁਰੂ ਤੋਂ ਨਿਸ਼ਾਵਰ ਕਰ ਦਿਆਂ। ਸਾਡੇ ਕਿੰਤੂ ਪਰੰਤੂ ਕਰਨ ਲੱਗ ਜਾਂਦੇ ਨੇ, ਉਹ ਮਾਇਆ ਨਾਲ ਖੁਸ਼ ਨਹੀਂ ਹੁੰਦਾ। ਗੱਲ ਤਾਂ ਸਹੀ ਹੈ ਵੀ ਰੱਬ ਮਾਇਆ ਨਾਲ ਤਾਂ ਖੁਸ਼ ਨਹੀਂ ਹੁੰਦਾ, ਖੁਸ਼ ਤਾਂ ਭਾਵਨਾ ਨਾਲ ਹੁੰਦਾ। ਪਰ ਜਿਹੜਾ ਉੱਥੇ ਭਾਵਨਾ ਨਾਲ ਮਾਇਆ ਭੇਟ ਕਰ ਰਿਹਾ ਹੈ, ਪਰਮਾਤਮਾ ਉਹਦੀ ਭਾਵਨਾ ਨੂੰ ਵੇਖਦਾ, ਭਾਵੇਂ ਉਹ ਕਰੋੜਾਂ ਦੇ ਦਏ ਤੇ ਭਾਵੇਂ ਨਾ ਵੀ ਕੁਝ ਦਏ। ਗੱਲ ਉੱਥੇ ਵੀ ਭਾਵਨਾ ਦੀ ਹੈ। ਪਰ ਜਿਹੜਾ ਕਰੋੜਾਂ ਰੁਪਈਏ ਵੀ ਦੇ ਰਿਹਾ ਪਰ ਉਹ ਦੇ ਭਾਵਨਾ ਦੇ ਨਾਲ ਰਿਹਾ। ਹੁਣ ਇੱਥੇ ਇਹ ਗੱਲ ਸਮਝਣ ਵਾਲੀ, ਧਨਵਾਨ ਕਹੈ ਦਈਐ ਯਾਹੇ। ਮਾਇਆ ਧਾਰੀ ਕਹਿੰਦਾ ਵੀ ਮੈਂ ਸਾਰੀ ਮਾਇਆ ਗੁਰੂ ਤੋਂ ਨਿਸ਼ਾਵਰ ਕਰ ਦਿਆਂ, ਤੇ ਜਿਹੜਾ ਗਰੀਬ ਹੈ ਉਹਦੇ ਕੋਲ ਮਾਇਆ ਤਾਂ ਹੈ ਨਹੀਂ, ਉਹ ਕਹਿੰਦਾ ਵੀ ਇਹਨਾਂ ਦੀ ਸੇਵਾ ਕਰ ਲਓ, ਇਹਨਾਂ ਦੀ ਸੇਵਾ ਕਰਕੇ ਮਾਇਆ ਆ ਜਾਏਗੀ। ਜਿਨ ਸੇਵਿਆ ਤਿਨ ਪਾਇਆ ਮਾਨ। ਜਿਨ੍ਹਾਂ ਨੇ ਸਤਿਗੁਰਾਂ ਦੀ ਸੇਵਾ ਕੀਤੀ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚੋਂ ਮਾਣ ਪ੍ਰਾਪਤ ਹੋਇਆ ਹੈ। ਕਉ ਕਹੈ ਇਸ ਸੇ ਪਰਤਾਵੈ। ਤੇ ਕੋਈ ਕਹਿੰਦਾ ਹੈ ਕਿ ਆਪਾਂ ਇਦਾਂ ਕਰੀਏ ਵੀ ਇਹਨਾਂ ਦੀ ਸੇਵਾ ਕਰਕੇ ਨਾ ਇਹਨਾਂ ਨੂੰ ਪਰਖ ਲਈਏ। ਕਈ ਪਰਖ ਕਰਨ ਵੀ ਆਉਂਦੇ ਨੇ, ਆਪਣਾ ਆਪਣਾ ਨਿਸ਼ਚੈ ਨਾ ਹਰ ਕਿਸੇ ਦਾ। ਇਹਨਾਂ ਦੀ ਸੇਵਾ ਕਰਕੇ ਪਰਖ ਲੈਂਦੇ ਹਾਂ ਵੀ ਇਹ ਕੌਣ ਹਨ। ਸੁਖ ਨਾ ਸੁਖੈ ਮੁਰਾਦਾ ਪਾਵੈ। ਕੋਈ ਗੁਰੂ ਸਾਹਿਬ ਜੀ ਦੇ ਕੋਲ ਆ ਕੇ ਸੁਖਣਾ ਸੁਖਦਾ ਹੈ ਵੀ ਮੈਨੂੰ ਮਹਾਰਾਜ ਇਹ ਪ੍ਰਾਪਤ ਹੋ ਜਾਏ, ਤੇ ਉਹ ਗੁਰੂ ਸਾਹਿਬ ਦੇ ਚਰਨਾਂ ਵਿੱਚੋਂ ਮਨ ਬਾਂਛਤ ਫਲ ਪ੍ਰਾਪਤ ਕਰਦੇ ਹਨ। ਸਤਿਗੁਰ ਕਲ ਪ੍ਰਗਟਾਵੈ। ਜਿਉਂ-ਜਿਉਂ ਸਤਿਗੁਰ ਜੀ ਆਪਣੀ ਕਲਾ ਪ੍ਰਗਟ ਕਰਦੇ ਹਨ, ਆਪਣੀ ਤਾਕਤ, ਆਪਣਾ ਪ੍ਰਤਾਪ ਸਤਿਗੁਰ ਜੀ ਪ੍ਰਗਟ ਕਰਦੇ ਹਨ, ਤਿਉਂ-ਤਿਉਂ ਲੋਕ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਹਨ। ਜੋ ਚਿਤ ਚਿਤਵੈ ਸੋ ਸਨਾਏ। ਜੇਕਰ ਕੋਈ ਚਿੱਤ ਵਿੱਚ ਕੋਈ ਭਾਵਨਾ ਚਿੱਤ ਵਿੱਚ ਆ ਜਾਂਦਾ ਨਾ, ਪਾਤਸ਼ਾਹ ਜੀ ਉਹਦੀ ਭਾਵਨਾ ਦੇ ਅਨੁਸਾਰ ਉਹਨੂੰ ਅੱਗੋਂ ਉਪਦੇਸ਼ ਸੁਣਾਉਂਦੇ ਹਨ। ਅਗਮ ਨਿਗਮ ਕੀ ਬਾਤ ਬਤਾਏ। ਅਗਮ ਤੇ ਨਿਗਮ ਦੀਆਂ ਗੱਲਾਂ ਸੁਣਾਉਂਦੇ ਨੇ, ਇੱਥੋਂ ਦੀਆਂ ਗੱਲਾਂ ਤੇ ਫਿਰ ਜਿਹੜੀਆਂ ਪਹੁੰਚ ਗੱਲਾਂ ਨੇ, ਜਿਹਦੇ ਤੱਕ ਕੋਈ ਪਹੁੰਚ ਨਹੀਂ ਸਕਦਾ, ਉਹ ਵੀ ਸੁਣਾਉਂਦੇ ਨੇ। ਹੁਣ ਸਮੇਂ ਦੇ ਵਿੱਚ ਕੀ ਵਰਤਾਰਾ ਵਰਤ ਰਿਹਾ ਉਹ ਵੀ ਸੁਣਾ ਦਿੰਦੇ ਨੇ, ਅੱਗੇ ਕੀ ਵਰਤਣਾ ਉਹ ਵੀ ਸੁਣਾ ਦਿੰਦੇ ਹਨ। ਇਸ ਤਰ੍ਹਾਂ ਅਗਮ ਤੇ ਨਿਗਮ ਦੇ ਬਚਨ ਮਹਾਰਾਜ ਉਹਨਾਂ ਨੂੰ ਸੁਣਾਉਂਦੇ ਹਨ। ਕਾਹੂ ਕੇ ਮਨ ਪੁੱਤਰ ਭਾਏ। ਤੇ ਕਲਿਆਣ ਦਾਸ ਜੀ ਜਦੋਂ ਆਪਣੇ ਪੁੱਤਰ ਨੂੰ ਵੇਖਦੇ ਨੇ, ਏਡੀ ਵਡਿਆਈ ਸ਼ੋਭਾ ਉਹਨਾਂ ਦੀ ਵੇਖਦੇ, ਉਹਨਾਂ ਨੂੰ ਆਪਣਾ ਪੁੱਤਰ ਬੜਾ ਮਨ ਵਿੱਚ ਚੰਗਾ ਲੱਗਦਾ ਹੈ। ਜਹ ਕਰਾਈ ਕਾਰ ਗੁਣ ਪਾਏ। ਪਰ ਪਿਤਾ ਜੀ ਚਾਹੁੰਦੇ ਨੇ ਵੀ ਮੇਰਾ ਪੁੱਤਰ ਕੋਈ ਨਾ ਕੋਈ ਕੰਮਕਾਰ ਕਰੇ। ਘਰ ਦੇ ਵਿੱਚ ਇਕਲੌਤੇ ਪੁੱਤਰ ਸਨ ਤੇ ਇਹ ਕੰਮਕਾਰ ਕਰਨਗੇ ਤੇ ਮਾਇਆ ਘਰ ਵਿੱਚ ਆਵੇਗੀ। ਆਗਿਆ ਪਿਤ ਕੇ ਮੋੜੈ ਨਹੀਂ। ਸਤਿਗੁਰੂ ਜੀ ਆਪਣੇ ਪਿਤਾ ਜੀ ਦੀ ਆਗਿਆ ਮੋੜਦੇ ਨਹੀਂ ਹਨ। ਜਿਤ ਵੱਲ ਤੋਰੈ ਤਿਤ ਵੱਲ ਜਾਹੀ। ਜਿੱਧਰ ਉਹਨਾਂ ਨੂੰ ਭੇਜ ਦਿੰਦੇ ਨੇ ਤੇ ਉਧਰ ਹੀ ਸਤਿਗੁਰੂ ਜੀ ਚਲੇ ਜਾਂਦੇ ਹਨ। ਜਿਹੜਾ ਕਾਰਜ ਕਰਨ ਨੂੰ ਕਹਿੰਦੇ ਉਹ ਕਰ ਦਿੰਦੇ ਹਨ। ਸਤਿਨਾਮ ਜਪ ਮੁਕਤੈ ਕਰੈ। ਪਰ ਅੱਠੇ ਪੈਰ ਸਤਿਗੁਰੂ ਜੀ ਆਪਣੇ ਮੁਖ ਰਾਹੀਂ ਸਤਨਾਮ ਦਾ ਜਾਪ ਜਪਦੇ ਰਹਿੰਦੇ ਨੇ, ਪਰਮੇਸ਼ਰ ਦਾ ਨਾਮ ਜਪਦੇ ਹਨ। ਕਰਤਾ ਪੁਰਖ ਕਹਿ ਬਚਨ ਉਚਰੈ। ਕਰਤਾ ਪੁਰਖ ਕਹਿ ਕੇ ਬਚਨ ਉਚਾਰਦੇ ਨੇ। ਏਕ ਓੰਕਾਰ ਸਤਨਾਮ ਕਰਤਾ ਪੁਰਖ ਜਿਹੜਾ ਮੂਲ ਮੰਤਰ ਉਚਾਰਦੇ ਨੇ। ਸਤਿਗੁਰੂ ਜੀ ਦੂਜਿਆਂ ਨੂੰ ਵੀ ਉਪਦੇਸ਼ ਦਿੰਦੇ ਨੇ ਵੀ ਸਤ ਕਰਤਾਰ ਜਪੋ ਭਾਈ, ਪਰਮੇਸ਼ਰ ਦਾ ਨਾਮ ਜਪੋ। ਯਹੀ ਉਪਦੇਸ਼ ਪਾਲਨ ਦੇਵੈ। ਜਿਹੜੇ ਨਾਲ ਦੇ ਬਾਲਕ ਨੇ ਉਹਨਾਂ ਨੂੰ ਵੀ ਸਤਿਗੁਰੂ ਅਜਿਹਾ ਉਪਦੇਸ਼ ਬਖਸ਼ਦੇ ਹਨ। ਸਤ ਕਰਤਾਰ ਮਨ ਮੁਖੋਂ ਕਹੇਵੈ। ਆਪ ਵੀ ਸਤ ਕਰਤਾਰ ਜਪਦੇ ਨੇ ਤੇ ਉਹਨਾਂ ਦੇ ਮੁਖ ਤੋਂ ਵੀ ਸਤ ਕਰਤਾਰ ਹੀ ਕਹਾਉਂਦੇ ਹਨ। ਤੋ ਮੇਰਾ ਜੋਤ
ਸੰਤਾਰੋ ਕਨਿਯਨ ਮਰਦਾਨੇ ਦਿਓ ਪੜਾਏ। ਗੁਰੂ ਸਾਹਿਬ ਜੀ ਨੇ ਕਹਿੰਦੇ ਕਾਨੇ ਲੈ ਕੇ ਨਾ ਉਹਦਾ 2 ਤਾਰਾ ਬਣਾ ਲਿਆ, ਸਾਜ਼ ਬਣਾ ਲਿਆ, ਵੀ ਤੰਤੀ ਸਾਜ਼ ਬਣਾ ਕੇ। ਤੇ ਭਾਈ ਮਰਦਾਨਾ ਸਾਹਿਬ ਜੀ ਗੁਰੂ ਸਾਹਿਬ ਜੀ ਦੇ ਪਾਸ ਬਚਪਨ ਤੋਂ, ਭਾਈ ਬਾਲਾ ਜੀ ਬਚਪਨ ਤੋਂ ਸਨ, ਜਾਣਦੇ ਸਨ, ਕਿਉਂਕਿ ਭਾਈ ਮਰਦਾਨਾ ਜੀ ਇਹ ਵੀ ਕਿਹਾ ਜਾਂਦਾ, ਕਈ ਤਾਂ ਕਹਿੰਦੇ ਬਾਅਦ ਵਿੱਚ ਆਏ ਸਨ ਸਤਿਗੁਰੂ ਸੱਚੇ ਪਾਤਸ਼ਾਹ ਕੋਲ, ਪਰ ਭਾਈ ਸਾਹਿਬ ਜੀ ਕਹਿੰਦੇ ਬਚਪਨ ਤੋਂ ਭਾਈ ਮਰਦਾਨਾ ਜੀ ਗੁਰੂ ਸਾਹਿਬ ਨੂੰ ਜਾਣਦੇ ਸਨ। ਤੇ ਉਹਨਾਂ ਨੇ ਉਹ ਜਿਹੜਾ ਕਾਨਿਆਂ ਦਾ ਬਣਾਇਆ ਹੋਇਆ 2 ਤਾਰਾ ਸਾਜ਼ ਜਿਹੜਾ ਭਾਈ ਮਰਦਾਨੇ ਜੀ ਨੂੰ ਫੜਾ ਦਿੱਤਾ ਹੈ। ਸ਼ਬਦ ਬਹਿ ਗਾਵੇ ਸਭ ਬਾਲ ਸਾਤਰ ਲਾਏ। ਬੱਚਿਆਂ ਨੂੰ ਆਪਣੇ ਨਾਲ ਰਲਾ ਕੇ ਤੇ ਉਹਨਾਂ ਦੇ ਵਿੱਚ ਬਹਿ ਕੇ ਸਤਿਗੁਰੂ ਜੀ ਸ਼ਬਦ ਗਾਇਨ ਕਰਦੇ ਹਨ। ਇਹ ਸਭ ਬਾਲਨ ਕਥਾ ਲਿਖਾਈ। ਭਾਈ ਰਤਨ ਸਿੰਘ ਜੀ ਕਹਿੰਦੇ ਕਿ ਗੁਰੂ ਸਾਹਿਬ ਦੇ ਬਚਪਨ ਦੀ ਜਿਹੜੀ ਕਥਾ ਹੈ, ਜੇ ਮੈਂ ਸਾਰੀ ਕਥਾ ਵਿਸਥਾਰ ਨਾਲ ਤੁਹਾਨੂੰ ਲਿਖਾ ਦਿਆਂ, ਬੜਾ ਗ੍ਰੰਥ ਬੜੇ ਅੰਤ ਨਾ ਪਾਈ। ਇਹ ਗ੍ਰੰਥ ਬਹੁਤ ਜ਼ਿਆਦਾ ਵੱਧ ਜਾਏਗਾ, ਜਿਹਦਾ ਅੰਤ ਨਹੀਂ ਪਾ ਸਕਦੇ। ਜਾਤੇ ਮੈਂ ਅਬ ਸੋਚ ਸੋ ਕਹੂੰ। ਇਸ ਕਰਕੇ ਮੈਂ ਸਾਰੀ ਕਥਾ ਨਾ ਤੁਹਾਨੂੰ ਸੰਕੋਚ ਦੇ ਨਾਲ ਦੱਸ ਦਿੰਦਾ, ਸੰਖੇਪ ਦੇ ਵਿੱਚ ਦੱਸ ਦਿੰਦਾ ਹਾਂ। ਬੀਜ ਮਾਤਰ ਕੁਛ ਲਿਖਿਓ ਚਾਹੋ। ਕਹਿੰਦੇ ਹਨ ਕਿ ਤਤਸਾਰ ਭਾਵ ਬੀਜ ਮਾਤਰ ਜਿਹੜੀ ਕਥਾ ਹੈ, ਸੰਖੇਪ ਵਿੱਚ ਮੂਲ ਕਥਾ ਮੈਂ ਇੱਥੇ ਲਿਖਣਾ ਚਾਹੁੰਦਾ ਹਾਂ। ਬਾਲਨ ਸੋ ਖੇਡ ਖਿਡਾਈ। ਜਿਵੇਂ ਸਤਿਗੁਰੂ ਜੀ ਨੇ ਬਾਲਕਾਂ ਨਾਲ ਮਿਲ ਕੇ ਖੇਡ ਖੇਡੀ ਹੈ ਬਚਪਨ ਦੇ ਵਿੱਚ। ਖੇਤੀ ਉਜਾੜੇ ਫੇਰ ਜਮਾਈ। ਕਹਿੰਦੇ ਫਿਰ ਕਿਸੇ ਦਾ ਖੇਤ ਉਜਾੜ ਵੀ ਦਿੱਤਾ ਤੇ ਫਿਰ ਜਮਾ ਵੀ ਦਿੱਤਾ। ਜਦੋਂ ਮਹਾਰਾਜ ਖੇਤਾਂ ਵਿੱਚ ਗਏ ਤੇ ਉਦੋਂ ਉਦਾਸ ਜਿਹੇ ਹੋ ਗਏ। ਸੁਭਾਅ ਇਦਾਂ ਦਾ ਬਣਾ ਲਿਆ ਨਾ, ਜਦੋਂ 4 ਚੁਫੇਰੇ ਪ੍ਰਤਾਪ ਵੱਧ ਗਿਆ ਗੁਰੂ ਸਾਹਿਬ ਦਾ, ਤੇ ਉਹਨਾਂ ਨੇ ਸੋਚਿਆ ਵੀ ਲੋਕਾਂ ਨੂੰ ਤਾਂ ਪਤਾ ਲੱਗ ਗਿਆ। ਉਦੋਂ ਉਚਾਟ ਰਹਿਣ ਲੱਗ ਪਏ ਮਹਾਰਾਜ। ਪਸ਼ੂ ਲੈ ਕੇ ਖੇਤਾਂ ਦੇ ਵਿੱਚ ਗਏ, ਦਰਖਤ ਦੀ ਛਾਵੇਂ ਬਹਿ ਗਏ ਤੇ ਉਹ ਜ਼ਿਮੀਂਦਾਰ ਦੇ ਖੇਤ ਵਿੱਚ ਵੜ ਕੇ ਪਸ਼ੂਆਂ ਨੇ ਖੇਤ ਚਰ ਦਿੱਤਾ। ਜਦੋਂ ਜ਼ਿਮੀਂਦਾਰ ਆਇਆ ਉਹਨੇ ਵੇਖਿਆ ਮੇਰਾ ਤਾਂ ਖੇਤ ਚਰਿਆ ਗਿਆ। ਉਹਨੇ ਜਾ ਕੇ ਰਾਏ ਬੁਲਾਰ ਨੂੰ ਸ਼ਿਕਾਇਤ ਕੀਤੀ, ਰਾਜਾ ਜੀ ਮੇਰਾ ਖੇਤ ਜਿਹੜਾ ਉਹ ਨਾਨਕ ਜੀ ਨੇ ਪਸ਼ੂਆਂ ਕੋਲੋਂ ਚਰਾ ਦਿੱਤਾ, ਮੈਨੂੰ ਤਾਂ ਉਜਾੜ ਦਿੱਤਾ। ਰਾਏ ਬੁਲਾਰ ਜੀ ਸ਼ਰਧਾਲੂ ਸਨ ਮਹਾਰਾਜ ਦੇ, ਪਰ ਉਹ ਕਹਿੰਦੇ ਵੀ ਮੈਨੂੰ ਲੱਗਦਾ ਨਹੀਂ ਵੀ ਇਦਾਂ ਕੁਝ ਹੋਇਆ ਹੋਵੇਗਾ। ਤੇ ਰਾਏ ਬੁਲਾਰ ਜੀ ਨੇ ਆਖਿਆ ਵੀ ਜਾਓ ਉਹਨਾਂ ਨੂੰ ਬੁਲਾ ਕੇ ਲੈ ਕੇ ਆਓ। ਗੁਰੂ ਸਾਹਿਬ ਨੂੰ ਬੁਲਾਇਆ ਗਿਆ। ਕਹਿੰਦੇ ਤੁਸੀਂ ਇਹਨਾਂ ਦਾ ਖੇਤ ਉਜਾੜ ਦਿੱਤਾ ਹੈ। ਤੇ ਕਹਿੰਦੇ ਨਹੀਂ ਮਹਾਰਾਜ, ਵੀ ਅਸੀਂ ਖੇਤ ਕਾਹਨੂੰ ਇਹਨਾਂ ਦਾ ਉਜਾੜਨਾ। ਉਹ ਕਹਿੰਦਾ ਨਹੀਂ ਰਾਜਾ ਜੀ, ਮੈਂ ਆਪ ਅੱਖਾਂ ਨਾਲ ਵੇਖ ਕੇ ਆਇਆ, ਮੇਰਾ ਖੇਤ ਇਹਨਾਂ ਉਜਾੜ ਦਿੱਤਾ। ਗੁਰੂ ਸਾਹਿਬ ਜੀ ਕਹਿੰਦੇ ਜਾਓ ਚੱਲ ਕੇ ਵੇਖੋ ਤਾਂ ਹਰਿਆ ਭਰਿਆ। ਬਚਨ ਹੋ ਗਿਆ ਨਾ ਮਹਾਰਾਜ ਦਾ, ਉਹ ਤਾਂ ਹਰਿਆ ਭਰਿਆ ਹੈ। ਰਾਏ ਬੁਲਾਰ ਜੀ ਆਪ ਨਾਲ ਚੱਲ ਕੇ ਗਏ। ਜਦੋਂ ਖੇਤ ਵੇਖਿਆ ਤੇ ਹਰਿਆ ਭਰਿਆ ਹੋਇਆ ਪਿਆ ਸੀ। ਉਹਨੂੰ ਤਾੜਨਾ ਕੀਤੀ, ਅੱਜ ਤੋਂ ਬਾਅਦ ਇਹੋ ਜਿਹਾ ਬਚਨ ਗੁਰੂ ਸਾਹਿਬ ਦੇ ਪ੍ਰਤੀ ਤੁਸੀਂ ਨਹੀਂ ਕਰਨਾ। ਇਸ ਕਰਕੇ ਭਾਈ ਰਤਨ ਸਿੰਘ ਜੀ ਕਹਿੰਦੇ ਖੇਤੀ ਉਜਾੜੀ ਫੇਰ ਜਮਾਈ। ਪਹਿਲਾਂ ਖੇਤ ਉਜਾੜ ਦਿੱਤਾ ਤੇ ਦੁਬਾਰਾ ਫਿਰ ਜਮਾ ਦਿੱਤਾ, ਹਰਾ ਭਰਾ ਕਰ ਦਿੱਤਾ ਹੈ। ਬਲਵੰਡ ਭਾਵ ਜਿਹੜੇ ਰਾਏ ਬੁਲਾਰ ਜੀ ਸਨ, ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਇਸ ਤਰ੍ਹਾਂ ਦੇਖਿਆ ਹੈ। ਪਹਿਲਾਂ ਤਾਂ ਉਹਨਾਂ ਨੇ ਮਹਿਮਾ ਹੀ ਸੁਣੀ ਸੀ, ਪਰ ਇੱਕ ਦਿਨ ਕੌਤਕ ਵੇਖ ਲਿਆ। ਦੁਪਹਿਰ ਦਾ ਸਮਾਂ ਪਸ਼ੂ ਚਾਰਦੇ ਸਨ, ਮਹਾਰਾਜ ਆਰਾਮ ਕਰਨ ਲੱਗ ਗਏ ਦਰਖਤ ਦੇ ਹੇਠਾਂ। ਤੇ ਜਦੋਂ ਦੁਪਹਿਰਾ ਢਲਣਾ ਸ਼ੁਰੂ ਹੋ ਗਿਆ ਨਾ, ਤੇ ਦਰਖਤ ਦੀ ਛਾਂ ਹਟ ਗਈ ਤੇ ਧਰਤੀ ਦੇ ਵਿੱਚੋਂ ਸ਼ੇਸ਼ਨਾਗ ਪ੍ਰਗਟ ਹੋਇਆ। ਸ਼ੇਸ਼ਨਾਗ ਪ੍ਰਗਟ ਹੋਇਆ ਤੇ ਉਹਨਾਂ ਨੇ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਮੁਖਾਰਬੰਦ ਉੱਤੇ ਫਨ ਕਰ ਲਿਆ, ਛਾਂ ਕਰ ਦਿੱਤੀ ਗੁਰੂ ਸਾਹਿਬ ਨੂੰ। ਇੱਧਰੋਂ ਰਾਏ ਬੁਲਾਰ ਜੀ ਲੰਘਦੇ ਪਏ ਸਨ ਤੇ ਕਿਸੇ ਨੇ ਆਖਿਆ ਵੀ ਦੂਰ ਕੁਛ ਚਮਕਦਾ ਲੱਗਦਾ ਹੈ, ਵੀ ਕੁਛ ਹੈਗਾ ਹੈ। ਦਾਸ ਭੇਜੇ ਵੀ ਵੇਖੋ ਕੀ ਹੈ। ਤੇ ਦਾਸ ਨੇ ਜਦੋਂ ਵੇਖਿਆ ਦੌੜ ਕੇ ਆਇਆ, ਆਖਿਆ ਰਾਏ ਬੁਲਾਰ ਜੀ ਸੱਪ ਹੈ। ਗੁਰੂ ਨਾਨਕ ਸਾਹਿਬ ਦੇ ਉੱਤੇ ਫਣ ਤਾਣ ਕੇ ਬੈਠਾ, ਕਿਤੇ ਇਹ ਨਾ ਹੋਵੇ ਉਹਨੇ ਡੰਗ ਲਿਆ ਹੋਵੇ। ਜਦੋਂ ਰਾਏ ਬੁਲਾਰ ਕੋਲ ਆਏ ਤੇ ਸੱਪ ਨਜ਼ਰ ਨਹੀਂ ਆਇਆ। ਉਹ ਫਿਰ ਦੁਬਾਰਾ ਪਤਾਲ ਵਿੱਚ ਲੰਘ ਗਿਆ ਤੇ ਸਤਿਗੁਰਾਂ ਦੇ ਦਰਸ਼ਨ ਕੀਤੇ ਤੇ ਉਹਨੇ ਹੱਥ ਜੋੜ ਕੇ ਨਮਸਕਾਰ ਕਰ ਦਿੱਤੀ। ਇਹ ਕੌਤਕ ਉਹਨੇ ਆਪਣੇ ਅੱਖੀਂ ਵੇਖਿਆ ਰਾਏ ਬੁਲਾਰ ਨੇ। ਇਸ ਕਰਕੇ ਇੱਥੇ ਬਚਨ ਆਇਆ ਜੀ, ਛਾਮ ਕਰਤ ਸਰਬ ਫਨ ਸਿਉ ਪੇਖਾ। ਸੱਪ ਜਿਹੜਾ ਛਾਂ ਕਰਦਾ ਸੀ ਗੁਰੂ ਸਾਹਿਬ ਦੇ ਮੁਖ ਉੱਤੇ, ਇਹ ਕੌਤਕ ਰਾਏ ਬੁਲਾਰ ਨੇ ਆਪਣੀਆਂ ਅੱਖਾਂ ਦੇ ਨਾਲ ਵੇਖਿਆ ਹੈ। ਔਰ ਚੰਮੇ ਕੀਤੇ ਭਏ
ਭਾਈ ਸਾਹਿਬ ਕਹਿੰਦੇ ਇਸ ਤੋਂ ਇਲਾਵਾ ਬੜੇ ਹੋਰ ਵੀ ਅਚੰਭੇ ਹੋਏ, ਬੜੇ ਕੌਤਕ ਹੋਏ ਹਨ। ਸੁਨੇ ਰਾਏ ਕਿਛ ਅੱਖੀ ਦਿਖਾਏ। ਕੁਝ ਰਾਏ ਬੁਲਾਰ ਜੀ ਨੇ ਕੰਨੀ ਸੁਣੇ ਨੇ ਤੇ ਕੁਝ ਉਹਨਾਂ ਨੇ ਅੱਖਾਂ ਨਾਲ ਵੇਖੇ ਹਨ। ਚੁਪ ਕਰ ਰਾਏ ਮਨ ਪਤਿਆਓ। ਜਿਨ੍ਹਾਂ ਕੌਤਕਾਂ ਨੂੰ ਵੇਖ ਕੇ ਸੁਣ ਕੇ ਰਾਏ ਜੀ ਦਾ ਮਨ ਜਿਹੜਾ ਪਤੀਜ ਗਿਆ, ਗੁਰੂ ਸਾਹਿਬ ਦੇ ਉੱਤੇ ਭਰੋਸਾ ਸ਼ਰਧਾ ਬਣ ਗਈ। ਸਦ ਕਰ ਨਾਨਕ ਆਦਰ ਕਰਵਾਓ। ਉਹਨਾਂ ਨੇ ਗੁਰੂ ਸਾਹਿਬ ਜੀ ਨੂੰ ਆਪਣੇ ਘਰ ਵਿੱਚ ਸੱਦਿਆ। ਇੱਕ ਬਚਨ ਆਉਂਦਾ ਹੈ ਕਿ ਜਦੋਂ 20 ਰੁਪਏ ਦਾ ਸੱਚਾ ਸੌਦਾ ਮਹਾਰਾਜ ਨੇ ਕੀਤਾ ਨਾ ਗੁਰੂ ਨਾਨਕ ਸਾਹਿਬ ਜੀ ਨੇ, ਤੇ ਉਦੋਂ 20 ਰੁਪਏ ਦਾ ਸੱਚਾ ਸੌਦਾ ਕਰਕੇ ਆਏ ਤੇ ਪਿਤਾ ਜੀ ਨੂੰ ਲੱਗਿਆ ਵੀ ਇਹਨਾਂ ਨੇ ਪੈਸੇ ਖਰਾਬ ਕਰ ਦਿੱਤੇ ਨੇ, ਗੁੱਸੇ ਹੋਏ, ਚਪੇੜ ਵੀ ਮਾਰੀ। ਤੇ ਜਦੋਂ ਰਾਏ ਜੀ ਨੂੰ ਪਤਾ ਲੱਗਿਆ, ਉਹਨਾਂ ਨੇ ਮਹਿਤਾ ਕਲਿਆਣ ਦਾਸ ਜੀ ਨੂੰ ਕੋਲ ਸੱਦਿਆ। ਆਖਣ ਲੱਗੇ ਵੀ ਠੀਕ ਨਹੀਂ ਜੇ ਕੀਤਾ। ਕਹਿੰਦੇ ਮਹਾਰਾਜ ਉਹਨੇ 20 ਰੁਪਏ ਖਰਾਬ ਕਰ ਦਿੱਤੇ, ਉਜਾੜਾ ਕਰ ਦਿੱਤਾ ਮੇਰਾ। ਰਾਏ ਬੁਲਾਰ ਜੀ ਕਹਿਣ ਲੱਗੇ ਕਿ ਮੇਰਾ ਰਾਜ ਗੁਰੂ ਨਾਨਕ ਸਾਹਿਬ ਜੀ ਕਰਕੇ ਸਲਾਮਤ ਹੈ। ਮੇਰੇ ਘਰ ਦੇ ਵਿੱਚ ਜਿੰਨਾ ਕੁਝ ਹੈ ਇਹ ਗੁਰੂ ਨਾਨਕ ਸਾਹਿਬ ਜੀ ਦਾ ਹੀ ਹੈ। ਅੱਜ ਤੋਂ ਬਾਅਦ ਤੁਹਾਡਾ ਜਿੰਨਾ ਵੀ ਨੁਕਸਾਨ ਹੋਵੇਗਾ ਮੈਂ ਭਰਾਂਗਾ, ਮੈਂ ਭਰਪਾਈ ਕਰਾਂਗਾ, ਪਰ ਤੁਸੀਂ ਗੁਰੂ ਸਾਹਿਬ ਨੂੰ ਕੁਝ ਨਹੀਂ ਕਹਿਣਾ। ਰਾਏ ਬੁਲਾਰ ਦਾ ਐਡਾ ਨਿਸ਼ਚਾ ਸੀ, ਇਹ ਰਾਜ ਇਹਨਾਂ ਕਰਕੇ ਵਸਦਾ ਹੈ। ਇਸ ਕਰਕੇ ਉਹਨਾਂ ਨੇ ਸੱਦ ਕਰ ਨਾਨਕ ਆਦਰ ਕਰਵਾਇਓ। ਗੁਰੂ ਨਾਨਕ ਸਾਹਿਬ ਜੀ ਨੂੰ ਆਪਣੇ ਘਰ ਦੇ ਵਿੱਚ ਸੱਦ ਕੇ ਤੇ ਬੜਾ ਆਦਰ ਕੀਤਾ ਹੈ। ਦੋਹਰਾ ਸਦ ਬਲਵੰਡ ਆਦਰ ਕੀਓ। ਪੁੱਤਰ ਭੋਏ ਦਿਓ ਸੋ ਪਾਏ। ਰਾਏ ਬੁਲਾਰ ਨੇ ਗੁਰੂ ਸਾਹਿਬ ਜੀ ਨੂੰ ਘਰ ਦੇ ਵਿੱਚ ਸੱਦ ਕੇ ਬੜਾ ਆਦਰ ਮਾਣ ਕੀਤਾ ਤੇ ਉਹਨਾਂ ਦੇ ਘਰ ਦੇ ਵਿੱਚ ਕਹਿੰਦੇ 2 ਜੋੜੇ ਜਿਹੜੇ ਪੁੱਤਰਾਂ ਦੇ ਜਨਮ ਧਾਰਿਆ। 2 ਖੇਡਦੇ ਨੇ, ਅੰਦਰ ਬਾਹਰ ਜਾਂਦੇ ਹਨ, ਗਲੀਆਂ ਦੇ ਵਿੱਚ, ਕਦੇ ਉਹਨਾਂ ਦੇ ਮਹਿਲਾਂ ਦੇ ਵਿੱਚ ਜਾ ਕੇ ਖੇਡਣਾ ਕਰਦੇ ਹਨ। ਸੋਰਠਾ ਪਾਈ ਵਢਾਈ ਰਾਏ। ਪਾਰਸ ਲੋ ਤਦਬੀਰ ਚੋਹੇ। ਕਹਿੰਦੇ ਜਿਸ ਤਰ੍ਹਾਂ ਲੋਹਾ ਪਾਰਸ ਨੂੰ ਛੂਹ ਜਾਂਦਾ ਹੈ ਨਾ, ਤੇ ਪਾਰਸ ਨੂੰ ਛੂਹ ਕੇ ਉਹ ਪਾਰ ਸੋਨਾ ਬਣ ਜਾਂਦਾ ਹੈ। ਗੁਰੂ ਨਾਨਕ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਕਰਕੇ ਇਸ ਤਰ੍ਹਾਂ ਜਿਹੜੇ ਰਾਏ ਬੁਲਾਰ ਸਨ ਉਹਨਾਂ ਨੂੰ ਵੀ ਵਡਿਆਈ ਪ੍ਰਾਪਤ ਹੋ ਗਈ, ਮਾਣ ਪ੍ਰਾਪਤ ਹੋ ਗਿਆ ਹੈ। ਗਾਈ ਸੋ ਮਰੀ ਸੁਨਾਏ। ਦਿੱਲੀ ਵਜ਼ੀਰੀ ਮੁਨ ਨਬੀ। ਇਸ ਪ੍ਰਕਾਰ ਕਹਿੰਦੇ ਜਿਹੜੀ ਦਿੱਲੀ ਦੀ ਵਜ਼ੀਰੀ ਸੀਗੀ ਉਹ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਦੇ ਨਾਲ ਇਹਨਾਂ ਦੇ ਘਰ ਦੇ ਵਿੱਚ ਆਈ। ਰਾਏ ਬੁਲਾਰ ਜੀ ਉਹਨਾਂ ਦੀ ਸੰਤਾਨ ਨੂੰ ਦਿੱਲੀ ਦੇ ਵਿੱਚ ਜਾ ਕੇ ਅੱਗੋਂ ਵਜ਼ੀਰੀ ਜਿਹੜੀ ਸੀ ਉਹ ਪ੍ਰਾਪਤ ਹੋਈ ਤੇ ਇਹ ਬਖਸ਼ਿਸ਼ਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ ਸਨ। ਤੇ ਇਹ ਸਾਰੀ ਕਥਾ ਭਾਈ ਸਾਹਿਬ ਕਹਿੰਦੇ ਵੀ ਮੈਂ ਕੈਪਟਨ ਮਰੀ ਨੂੰ ਸੁਣਾਈ ਹੈ। ਇੱਥੇ ਅੱਗੇ ਜਾ ਕੇ ਭਾਈ ਸਾਹਿਬ ਜੀ ਅੱਗੇ ਵੀ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਦਾ ਸੰਖੇਪ ਜਿਹਾ ਜ਼ਿਕਰ ਕਰਨਗੇ, ਕਿਉਂਕਿ ਬਹੁਤਾ ਜਿਹੜਾ ਪੰਥ ਪ੍ਰਕਾਸ਼ ਵਿੱਚ ਇਤਿਹਾਸ ਹੈ ਉਹ ਖਾਲਸੇ ਪੰਥ ਦਾ ਹੈ। ਕਿਸ ਤਰ੍ਹਾਂ ਖਾਲਸੇ ਪੰਥ ਦੀ ਉਤਪਤੀ ਹੋਈ ਤੇ ਕਿਵੇਂ ਉਹਨਾਂ ਨੇ ਅੱਗੇ ਵੱਧ ਕੇ ਜੰਗ ਕੀਤਾ, ਸਿੰਘਾਂ ਦੀਆਂ ਸ਼ਹਾਦਤਾਂ ਹੋਈਆਂ, ਤੇ ਜਿਹੜੇ 10 ਪਾਤਸ਼ਾਹੀਆਂ ਦਾ ਇਤਿਹਾਸ ਹੈ ਉਹ ਸੰਖੇਪ ਦੇ ਵਿੱਚ ਉਹਨਾਂ ਨੇ ਟੂਕ ਮਾਤਰ ਦੱਸਿਆ ਵੀ ਤਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਲੱਗ ਸਕੇ। ਤੇ ਨਾਲ ਇਹ ਵੀ ਦੱਸਿਆ ਵੀ ਜਿਹਨੇ ਵਿਸਥਾਰ ਨਾਲ ਪੜ੍ਹਨਾ ਹੋਵੇ ਤੇ ਹੋਰ ਗ੍ਰੰਥਾਂ ਵਿੱਚੋਂ ਪੜ੍ਹ ਸਕਦਾ ਹੈ। ਸੋ ਬਾਕੀ ਪ੍ਰਕਰਨ ਆਪਾਂ ਕੱਲ੍ਹ ਦੇ ਦੀਵਾਨ ਦੇ ਵਿੱਚ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਵਿਚਾਰਾਂ ਕਰਦਿਆਂ ਬੋਲਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ। ਅਣਜਾਣ ਦੇ ਸੇਵਕ ਜਾਣ ਕਰਕੇ ਖਿਮਾ ਕਰਨੀ ਜੀ। ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ। ਪ੍ਰਾਣਨਾਥ ਅਨਾਥ ਸਖੇ ਦੀਨ ਦਰਦ। ਹੇ ਸਮਰੱਥ ਅਗੰਮ ਪੂਰਨ ਮੋਹਿ ਮਇਆ ਧਾਰ। ਅੰਧ ਕੂਪ ਮਹਾ ਭਿਆਨ ਨਾਨਕ ਪਾਰ। ਆਏ ਪ੍ਰਭ ਸਰਨਾਗਤੀ ਕਿਰਪਾ ਨਿਰਦ ਦਇਆ। ਏਕ ਅਖਰ ਹਰ ਮਨ ਬਸਤ ਨਾਨਕ ਹੋਤ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਸ। ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰਿ ਉਤਾਰਣਾ। ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰਿ ਉਤਾਰਨ ਹਾਰ। ਖੇਡਦੇ ਨੇ, ਅੰਦਰ ਬਾਹਰ ਜਾਂਦੇ ਹਨ, ਗਲੀਆਂ ਦੇ ਵਿੱਚ, ਕਦੇ ਉਹਨਾਂ ਦੇ ਮਹਿਲਾਂ ਦੇ ਵਿੱਚ ਜਾ ਕੇ ਖੇਡਣਾ ਕਰਦੇ ਹਨ। ਸੋਰਠਾ ਪਾਈ ਵਢਾਈ ਰਾਏ।